प्यारे विद्यार्थियों, सत श्री अकाल। मैं गुरदीप सिंह, लैक्चरर राजनीति शास्त्र, सरकारी सीनियर सैकेंडरी स्कूल मानी। अज अपना टॉपिक है उदारवाद। उदारवाद बहुत ही महत्वपूर्ण धारणा है राजनीतिक खेत्र की ते आर्थिक खेत्र की। राजनीतिक ढांचा किहो जिहा होना चाहिए है, आर्थिक ढांचा किहो जिहा होना चाहिए है, ਉਹਦੇ बारे ये बहुत सारिया गल्लां आपां नूं दसदी है। ਇਹ ਹਰੇਕ ਚੀਜ਼ ਨੂੰ ਰਾਜਨੀਤਿਕ, ਚਾਹੇ ਉਹ ਆਰਥਿਕ ਢਾਂਚਾ ਹੈ ਚਾਹੇ ਰਾਜਨੀਤਿਕ ਢਾਂਚਾ ਹੈ, ਉਹਦੀ ਸੁਤੰਤਰਤਾ ਦੇ ਆਧਾਰ ਤੇ ਵਾਚਦੀ ਹੈ। ਜਿੰਨਾ ਵੀ ਕੋਈ ਰਾਜਨੀਤਿਕ ਢਾਂਚਾ ਤੇ ਆਰਥਿਕ ਢਾਂਚਾ ਵਿਅਕਤੀ ਨੂੰ ਸੁਤੰਤਰਤਾ ਪ੍ਰਦਾਨ ਕਰਦਾ, ਉਨਾ ਹੀ ਉਹ ਚੰਗਾ ਹੈ। ਕਿਉਂਕਿ ਆਪਾਂ ਦੇਖਦੇ ਹਾਂ ਵੀ ਉਦਾਰਵਾਦ ਆ ਜਿਹੜਾ, ਇਹ ਵਿਚਾਰਧਾਰਾ ਵਿਅਕਤੀ ਦੀ ਸੁਤੰਤਰਤਾ ਤੇ ਜ਼ੋਰ ਦਿੰਦੀ ਹੈ। ਜਿਵੇਂ ਸ਼ਬਦੀ ਅਰਥਾਂ ਤੋਂ ਹੀ ਕਲੀਅਰ ਹੈ, ਅੰਗਰੇਜ਼ੀ ਦੇ ਵਿੱਚ ਆਪਾਂ ਇਹਨੂੰ ਲਿਬਰਲਿਜ਼ਮ ਕਹਿੰਦੇ ਆ, ਤੇ ਜਿਹੜਾ ਅੰਗਰੇਜ਼ੀ ਦਾ ਲਿਬਰਲਿਜ਼ਮ ਹੈ ਉਹ ਲਤੀਨੀ ਦੇ ਲਿਬਰਲਿਸ਼ ਤੋਂ ਲਿਆ ਗਿਆ। ਜਿਹੜਾ ਅੰਗਰੇਜ਼ੀ ਲਤੀਨੀ ਦਾ ਲਿਬਰਲਿਸ਼ ਹੈ ਉਹਦਾ ਜਿਹੜਾ ਅਰਥ ਹੈ ਲਤੀਨੀ ਭਾਸ਼ਾ ਦੇ ਵਿੱਚ ਉਹ ਹੈ ਸੁਤੰਤਰ ਵਿਅਕਤੀ। ਸੋ ਉਦਾਰਵਾਦ ਇੱਕ ਅਜਿਹੀ ਵਿਚਾਰਧਾਰਾ ਹੈ ਜਿਹੜੀ ਵਿਅਕਤੀ ਨੂੰ ਆਰਥਿਕ, ਰਾਜਨੀਤਿਕ, ਧਾਰਮਿਕ, ਸਮਾਜਿਕ, ਬੌਧਿਕ ਸਾਰੇ ਖੇਤਰਾਂ ਵਿੱਚ ਸੰਪੂਰਨ ਸੁਤੰਤਰਤਾ ਦਿੰਦੀ ਹੈ। ਜਿਹੜੀ ਕਹਿੰਦੀ ਹੈ ਵੀ ਵਿਅਕਤੀ ਉੱਪਰ ਹੈ, ਸਮਾਜਵਾਦ 'ਚ ਹੈ, ਜਿਹੜੀ ਵਿਅਕਤੀ ਨੂੰ ਰਾਜ ਤੋਂ ਪਹਿਲਾਂ ਦੱਸਦੀ ਹੈ, ਜਿਹਦਾ ਪੂਰਾ ਜਿਹੜੇ ਵਿਚਾਰ ਨੇ, ਇਸ ਵਿਚਾਰਧਾਰਾ ਦੇ ਜਿਹੜੇ ਵਿਚਾਰ ਨੇ ਇਹਦੇ ਵਿੱਚ, ਇਹ ਕਿਤੇ ਨਾ ਕਿਤੇ ਇਹਦਾ ਜਿਹੜਾ ਕੇਂਦਰ ਬਿੰਦੂ ਆ ਉਹ ਮਨੁੱਖ ਹੈ। ਇਹ ਮਨੁੱਖ ਦੀ ਸੁਤੰਤਰਤਾ ਦੇ ਆਲੇ ਦੁਆਲੇ ਘੁੰਮਦੀ ਹੈ, ਨਾ ਕਿ ਰਾਜ ਦੇ ਆਲੇ ਦੁਆਲੇ ਘੁੰਮਦੀ ਹੈ। ਇਹ ਰਾਜ ਨੂੰ ਇੱਕ ਟੀਚਾ, ਸਾਧਨ ਮੰਨਦੀ ਹੈ, ਨਾ ਕਿ ਉਦੇਸ਼ ਮੰਨਦੀ ਹੈ। ਇਹਦਾ ਮੁੱਖ ਜਿਹੜਾ ਉਦੇਸ਼ ਹੈ ਉਦਾਰਵਾਦ ਦੀ ਵਿਚਾਰਧਾਰਾ ਦਾ, ਉਹ ਹੈ ਵਿਅਕਤੀ ਦੀ ਸੁਤੰਤਰਤਾ। ਇੱਕ ਵਿਅਕਤੀ ਨੂੰ ਕਿਵੇਂ ਸੁਤੰਤਰਤਾ ਦਿੱਤੀ ਜਾ ਸਕਦੀ ਹੈ, ਵੱਧ ਤੋਂ ਵੱਧ ਕਿਵੇਂ ਸੁਤੰਤਰਤਾ ਦਿੱਤੀ ਜਾ ਸਕਦੀ ਹੈ, ਉਹਦੇ ਨਾਲ ਸੰਬੰਧਿਤ ਹੀ ਇਹਦੇ ਸਿਧਾਂਤ ਨੇ ਉਦਾਰਵਾਦ ਦੇ। ਸੋ ਉਦਾਰਵਾਦ ਦੀ ਇੱਕ ਬਹੁਤ ਸੋਹਣੀ ਪਰਿਭਾਸ਼ਾ ਹੈਲੋਵੇਲ ਦੀ ਆਪਾਂ ਗੱਲ ਕਰਦੇ ਹਾਂ। ਸੌਖੀ ਵੀ ਹੈ, ਤੁਹਾਨੂੰ ਯਾਦ ਕਰਨੀ ਬਹੁਤ ਸੌਖੀ ਹੈ। ਜਿਵੇਂ ਉਦਾਰਵਾਦ ਜੀਵਨ ਦੇ, ਜਿਵੇਂ ਆਪਣੇ ਜੀਵਨ ਦੇ ਬੌਧਿਕ ਖੇਤਰ 'ਚ ਵੀ ਆਪਾਂ ਕੀ ਸੋਚਣਾ ਹੈ, ਆਪਾਂ ਕੀ ਕਰਨਾ ਹੈ, ਆਪਾਂ ਕੀ ਲਿਖਣਾ ਹੈ, ਆਪਾਂ ਕੀ ਪੜ੍ਹਨਾ ਹੈ, ਆਪਣੀ ਸੋਚ ਕਿਹੋ ਜਿਹੀ ਹੋਵੇ। ਸਮਾਜਿਕ ਖੇਤਰ ਵਿੱਚ ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਜਾਤ, ਧਰਮ, ਲਿੰਗ, ਭਾਸ਼ਾ, ਰੰਗ ਆਧਾਰ ਤੇ, ਖੇਤਰ ਦੇ ਆਧਾਰ ਤੇ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਾ ਹੋਵੇ। ਧਾਰਮਿਕ ਖੇਤਰ, ਜਿਹੇ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਹੈ ਆਪਣੇ ਕੋਲ। ਰਾਜਨੀਤਿਕ ਖੇਤਰ ਇੱਕ ਇਹੋ ਜਿਹਾ ਹੋਵੇ ਜਿਹੜਾ ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰਤਾ ਦੇਵੇ। ਰਾਜਨੀਤਿਕ ਢਾਂਚਾ ਇਹੋ ਜਿਹਾ ਹੋਵੇ, ਰਾਜ ਦੇ ਕਾਨੂੰਨ ਇਹੋ ਜਿਹੇ ਹੋਣ ਜਿਹੜੇ ਲੋਕਾਂ ਦੀ ਸੁਤੰਤਰਤਾ ਨੂੰ ਨਸ਼ਟ ਨਾ ਕਰਦੇ ਹੋਣ। ਆਰਥਿਕ ਖੇਤਰ ਭਾਵ ਵਿਅਕਤੀ ਆਪਣੀ ਮਰਜ਼ੀ ਨਾਲ, ਆਪਣੇ ਇੱਛਾ ਦੇ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਆਰਥਿਕ ਕਿੱਤੇ ਨੂੰ ਅਪਣਾ ਸਕਦਾ ਹੋਵੇ, ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਾ ਹੋਣ, ਉਹਨੂੰ ਬਾਹਲਾ ਕੋਈ ਕਾਨੂੰਨੀ ਦਸਤਾਵੇਜ਼ਾਂ ਦੇ ਵਿੱਚ ਨਾ ਪੈਣਾ ਪਵੇ, ਉਹਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਤਰ੍ਹਾਂ ਦਾ ਉਹ ਕੰਮ ਧੰਦਾ ਚਲਾ ਸਕਦਾ ਹੋਵੇ, ਤੇ ਰਾਜ ਉਹਦੇ ਕੰਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕਰੇ। ਜਿਵੇਂ ਪਰਿਭਾਸ਼ਾ ਤੋਂ ਕਲੀਅਰ ਹੁੰਦਾ ਹੈ, ਹੈਲੋਵੇਲ ਦੇ ਅਨੁਸਾਰ ਉਦਾਰਵਾਦ ਜੀਵਨ ਦੇ ਬੌਧਿਕ, ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਆਦਿ ਸਾਰੇ ਖੇਤਰਾਂ ਵਿੱਚ ਸੁਤੰਤਰਤਾ ਦੀ ਮੰਗ ਦਾ ਪ੍ਰਤੀਕ ਹੈ। ਯਾਨੀ ਕਿ ਇਹ ਵਿਅਕਤੀ ਨੂੰ ਸੰਪੂਰਨ ਸੁਤੰਤਰਤਾ ਦੇਣ ਦੇ ਪੱਖ ਵਿੱਚ ਹੈ। ਇਹ ਵਿਚਾਰਧਾਰਾ ਦਾ ਆਰੰਭ 16ਵੀਂ ਸਦੀ ਦੇ ਵਿੱਚ ਹੋ ਗਿਆ ਸੀਗਾ। ਆਪਾਂ ਦੇਖਦੇ ਹਾਂ ਵੀ 15ਵੀਂ ਸਦੀ ਤੋਂ ਬਾਅਦ ਯੂਰਪ ਦੇ ਵਿੱਚ, ਪੱਛਮ ਦੇ ਵਿੱਚ ਜ਼ਿਆਦਾਤਰ ਜਿਹੜੇ ਤਾਨਾਸ਼ਾਹੀ ਸਰਕਾਰਾਂ ਸੀਗੀਆਂ ਉਹਨਾਂ ਦਾ ਅੰਤ ਹੋਇਆ, ਰਾਜਾਸ਼ਾਹੀਆਂ ਦਾ ਅੰਤ ਹੋਇਆ, ਤਾਂ ਲੋਕ ਇੱਕ ਨਵੇਂ ਤਰ੍ਹਾਂ ਦਾ ਰਾਜਨੀਤਿਕ ਤੇ ਆਰਥਿਕ ਖੇਤਰ ਚਾਹੁੰਦੇ ਸੀ ਜਿਹਦੇ ਵਿੱਚ ਉਹਨਾਂ ਦੀ ਆਪਣੀ ਮਨਮਰਜ਼ੀ ਹੋਵੇ, ਆਪਣੀ ਇੱਛਾ ਦੇ ਅਨੁਸਾਰ ਉਹ ਜਿਉਣ, ਉਹਨਾਂ ਨੂੰ ਵੱਧ ਤੋਂ ਵੱਧ ਅਧਿਕਾਰ ਮਿਲਣ। ਤਾਂ ਇਹ ਜਿਹੜੀ ਵਿਚਾਰਧਾਰਾ, ਇਹਦਾ ਜਨਮ 16ਵੀਂ ਸਦੀ ਦੇ ਵਿੱਚ ਹੀ ਹੋਣਾ ਆਰੰਭ ਹੋ ਗਿਆ ਸੀ। ਬਹੁਤ ਸਾਰੇ ਵਿਚਾਰਾਂ ਦਾ ਜਨਮ ਜਿਹੜਾ 16ਵੀਂ ਸਦੀ ਦੇ ਵਿੱਚ ਹੀ ਹੋ ਗਿਆ ਸੀ, ਕਿਉਂਕਿ ਲੋਕ ਤੰਗ ਸੀਗੇ ਰਾਜਾਸ਼ਾਹੀਆਂ ਤੋਂ, ਤਾਨਾਸ਼ਾਹੀਆਂ ਤੋਂ। ਤਾਂ ਲੋਕ ਇੱਕ ਨਵਾਂ ਤਰ੍ਹਾਂ ਦਾ ਸਿਸਟਮ ਚਾਹੁੰਦੇ ਸੀ ਜਿਨ੍ਹਾਂ ਵਿੱਚ ਉਹਦੇ ਉੱਪਰ ਘੱਟ ਤੋਂ ਘੱਟ ਪਾਬੰਦੀਆਂ ਹੋਣ। ਤਾਂ ਇਹਦੇ ਕੁਝ ਆਪਾਂ ਪ੍ਰਮੁੱਖ ਜਿਹੜੇ ਸਮਰਥਕ ਨੇ ਉਹਨਾਂ ਦੀ ਵੀ ਗੱਲ ਕਰਾਂਗੇ, ਜਿਹਦੇ ਵਿੱਚ ਹੈ ਐਡਮ ਸਮਿਥ, ਜਿਹਨੂੰ ਆਪਾਂ ਅਰਥ ਸ਼ਾਸਤਰ ਦਾ ਪਿਤਾਮਾ ਕਹਿੰਦੇ ਹਾਂ। ਕਿਹਦਾ ਪਿਤਾਮਾ? ਅਰਥ ਸ਼ਾਸਤਰ ਦਾ। ਇਹ ਨੋਟ ਕਰਨ ਵਾਲੀ ਗੱਲ ਹੈ। ਜਿਹੜਾ ਐਡਮ ਸਮਿਥ ਹੈ ਉਹਨੂੰ ਆਪਾਂ ਅਰਥ ਸ਼ਾਸਤਰ ਦਾ ਪਿਤਾਮਾ ਕਹਿੰਦੇ ਹਾਂ। ਉਹ ਬੰਦੇ ਨੇ ਉਦਾਰਵਾਦ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ। ਐਡਮ ਸਮਿਥ ਹੈ, ਹਰਬਰਟ ਸਪੈਂਸਰ ਹੈ, JS ਮਿਲ ਹੈ, ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹ ਇਹਦੇ ਸਮਰਥਕ ਨੇ। ਉਹਨਾਂ ਬਹੁਤ ਸਾਰਿਆਂ ਬੰਦਿਆਂ ਨੇ, ਜਿਹੜੇ ਵਿਅਕਤੀਆਂ ਨੇ, ਇਸ ਪ੍ਰਤੀ ਆਪਣੇ ਆਪਣੇ ਵਿਚਾਰ ਦਿੱਤੇ। ਜਿਹੜੀ ਇਹ ਇੱਕ ਹੋਰ ਗੱਲ ਕਰਨ ਵਾਲੀ ਹੈ ਉਦਾਰਵਾਦ ਦੇ ਵਿੱਚ, ਉਦਾਰਵਾਦ ਕਿਸੇ ਇੱਕ ਵਿਅਕਤੀ ਦੀ ਦੇਣ ਨਹੀਂ ਹੈ।
ਉਦਾਰਵਾਦ ਦੇ ਜਿਹੜੇ ਵਿਚਾਰ ਨੇ ਉਹ ਇੱਕ ਵਿਅਕਤੀ ਦੇ ਨਹੀਂ, ਬਹੁਤ ਸਾਰੇ ਵਿਅਕਤੀਆਂ ਨੇ ਉਦਾਰਵਾਦ ਦੇ ਨਾਲ ਸੰਬੰਧਿਤ ਆਪਣੇ ਵਿਚਾਰ ਦਿੱਤੇ ਨੇ। ਤੇ ਇਹ ਵੀ ਨਹੀਂ ਹੈ ਵੀ ਜਿਹੜਾ ਉਦਾਰਵਾਦ 16ਵੀਂ ਸਦੀ ਸੀ ਉਹ 17ਵੀਂ ਸਦੀ ਦੇ ਵਿੱਚ ਵੀ ਉਹੋ ਜਿਹੀ ਹੈ, ਉਹੀ ਉਹਦੇ ਵਿਸ਼ੇਸ਼ਤਾਵਾਂ ਨੇ ਜਾਂ ਉਹੀ ਉਹਦੇ ਸਿਧਾਂਤ ਨੇ। ਸਮੇਂ ਦੇ ਅਨੁਸਾਰ ਦੇ ਨਾਲ, ਸਮੇਂ ਦੇ ਹਿਸਾਬ ਦੇ ਨਾਲ ਇਹਨੇ ਆਪਣੇ ਆਪ ਨੂੰ ਤਬਦੀਲ ਕੀਤਾ। ਜਿਹਾ ਜਿਹਾ ਵੀ ਮੌਕਾ ਹੈ, 20ਵੀਂ ਸਦੀ ਦਾ ਉਦਾਰਵਾਦ ਹੈ ਜਿਹੜਾ ਉਹ 16ਵੀਂ ਸਦੀ ਵਾਲਾ ਨਹੀਂ ਹੈ, 19ਵੀਂ ਸਦੀ ਵਾਲਾ ਜਿਹੜਾ ਉਦਾਰਵਾਦ ਹੈ ਉਹ 18ਵੀਂ ਸਦੀ ਵਾਲਾ ਨਹੀਂ ਹੈ। ਯਾਨੀ ਕਿ ਉਦਾਰਵਾਦ ਨੇ ਆਪਣੇ ਆਪ ਨੂੰ ਲੋਕ ਸਮੇਂ ਦੇ ਅਨੁਸਾਰ ਢਾਲਿਆ। ਤਾਂ ਇਹ ਨਹੀਂ ਕਹਿ ਸਕਦੇ ਆਪਾਂ ਵੀ ਜਿਹੜਾ ਇਹ ਇੱਕੋ ਤਰ੍ਹਾਂ ਦੇ ਸਿਧਾਂਤ ਨੇ ਜਿਹੜੇ 16ਵੀਂ ਸਦੀ ਦੇ ਵਿੱਚ ਆਰੰਭ ਹੋ ਗਿਆ ਸੀਗਾ, ਜਾਂ ਇਹ ਜਿਹੜਾ ਅੱਜ ਦਾ ਉਦਾਰਵਾਦ ਹੈ, ਜਿਹੜੇ ਅੱਜ ਦੇ ਵਿਚਾਰ ਨੇ ਇਹੀ ਲਾਸਟ ਨੇ। ਤਾਂ ਇਹਦੇ ਵਿੱਚ ਨਵੇਂ ਵਿਚਾਰ 21ਵੀਂ ਸਦੀ 'ਚ 22ਵੀਂ ਸਦੀ 'ਚ ਵੀ ਜੁੜਦੇ ਜਾਣਗੇ। ਸੋ ਉਦਾਰਵਾਦ ਇੱਕ ਤਾਂ ਦੂਜੀ ਗੱਲ ਜਿਹੜੇ ਪੁਆਇੰਟ ਕਰਨ ਵਾਲੀ ਗੱਲ ਹੈ, ਕਿਸੇ ਇੱਕ ਵਿਅਕਤੀ ਦੀ ਦੇਣ ਨਹੀਂ ਹੈ, ਬਹੁਤ ਸਾਰੇ ਵਿਅਕਤੀ ਨੇ ਇਹਦੇ ਵਿੱਚ ਯੋਗਦਾਨ ਪਾਇਆ। ਤੇ ਉਦਾਰਵਾਦ ਇੱਕੋ ਤਰ੍ਹਾਂ ਦਾ ਵੀ ਨਹੀਂ ਹੈ, ਸਮੇਂ ਦੇ ਅਨੁਸਾਰ ਇਹਦੇ ਵਿੱਚ ਚੇਂਜਸ ਆ ਰਹੀਆਂ ਨੇ। ਉਦਾਰਵਾਦ ਦੇ ਰੂਪ, ਉਦਾਰਵਾਦ ਦੇ ਦੋ ਰੂਪ ਮੰਨੇ ਜਾਂਦੇ ਨੇ। ਇੱਕ ਪਰੰਪਰਾਵਾਦੀ ਭਾਵ ਪੁਰਾਣਾ, ਪਰੰਪਰਾਵਾਦੀ ਨਾਂ ਤੋਂ ਹੀ ਕਲੀਅਰ ਹੁੰਦਾ ਹੈ ਪੁਰਾਣਾ ਰੂਪ, ਜਦੋਂ ਸਟਾਰਟਿੰਗ ਹੋਈ, ਇਹਦੀ ਆਰੰਭ ਹੋਈ। ਤੇ ਸਮਕਾਲੀ ਭਾਵ ਹੁਣ ਦਾ। ਅੱਜ ਸਮਾਂ ਉਦਾਰਵਾਦ ਦੇ ਵਿੱਚ ਕਿਹੜੇ ਸਿਧਾਂਤ ਨੇ, ਪੁਰਾਣੇ ਉਦਾਰਵਾਦ ਦੇ ਵਿੱਚ ਕਿਹੜੇ ਸਿਧਾਂਤ ਨੇ, ਇਹਦੇ ਆਧਾਰ ਤੇ ਇਹਦੇ ਦੋ ਰੂਪ ਮੰਨਿਆ ਜਾਂਦਾ ਹੈ। ਇੱਕ ਪੁਰਾਣਾ ਉਦਾਰਵਾਦ, ਪਰੰਪਰਾਵਾਦੀ ਉਦਾਰਵਾਦ ਕਹਿੰਦੇ ਆ, ਤੇ ਇੱਕ ਸਮਕਾਲੀ ਉਦਾਰਵਾਦ। ਸਭ ਤੋਂ ਪਹਿਲਾਂ ਆਪਾਂ ਪਰੰਪਰਾਵਾਦੀ ਉਦਾਰਵਾਦ ਦੀ ਗੱਲ ਕਰਦੇ ਹਾਂ। ਇਹਦੇ ਤੁਸੀਂ ਜਿਹੜੇ ਸਮਰਥਕ ਨੇ ਪਰੰਪਰਾਵਾਦੀ ਦੇ, ਉਹ ਖਾਸ ਤੌਰ ਤੇ ਕਈ ਵਾਰ ਕੁਐਸਚਨ ਆਉਂਦਾ ਆਪਾਂ ਨੂੰ ਵੀ ਦੋ ਪਰੰਪਰਾਵਾਦੀਆਂ ਦਾ ਜਾਂ ਦੋ ਸਮਕਾਲੀ ਉਦਾਰਵਾਦ ਦੇ ਸਮਰਥਕਾਂ ਦੇ ਨਾਂ ਦੱਸੋ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੇ ਇਹ ਨਾਂ ਲਿਖੇ ਨੇ ਤਿੰਨ, ਜੌਹਨ ਲੌਕ, ਹਰਬਰਟ ਸਪੈਂਸਰ ਤੇ ਐਡਮ ਸਮਿਥ, ਇਹ ਪਰੰਪਰਾਵਾਦੀ ਉਦਾਰਵਾਦੀਆਂ ਦੇ ਵਿੱਚ ਗਿਣੇ ਨੇ ਤੁਸੀਂ, ਨਾ ਕਿ ਆਧੁਨਿਕ ਜਾਂ ਸਮਕਾਲੀ ਉਦਾਰਵਾਦੀਆਂ ਦੇ ਵਿੱਚ ਗਿਣੇ ਨੇ। ਇੱਕ ਦੋ ਇਹਨਾਂ ਬਾਰੇ ਹੋਰ ਵੀ ਗੱਲਾਂ ਮੈਂ ਤੁਹਾਡੇ ਨਾਲ ਕਰਦਾ। ਇਹਦੀ ਐਡਮ ਸਮਿਥ ਹੈ ਜਿਹੜਾ, ਇਹਨੂੰ ਅਰਥ ਸ਼ਾਸਤਰ ਦਾ ਆਪਾਂ ਪਹਿਲਾਂ ਵੀ ਗੱਲ ਕਰ ਲਈ ਵੀ ਅਰਥ ਸ਼ਾਸਤਰ ਦਾ ਪਿਤਾਮਾ ਕਿਹਾ ਜਾਂਦਾ ਹੈ। ਇਹਦੀ ਪੁਸਤਕ ਹੈ ਬਹੁਤ ਮਹੱਤਵਪੂਰਨ, ਦ ਵੈਲਥ ਆਫ ਨੇਸ਼ਨ। ਕਿਹੜੀ? ਦ ਵੈਲਥ ਆਫ ਨੇਸ਼ਨ, ਉਹ ਵੀ ਆ ਸਕਦੀ ਹੈ ਤੁਹਾਨੂੰ, ਤਾਂ ਤੁਸੀਂ ਉਹਨੂੰ ਵੀ ਨੋਟ ਕਰ ਲਿਓ। ਤੇ ਇਹ ਨੇ ਪੁਰਾਣੇ ਜੋ ਵੀ ਜਿਹਨਾਂ ਨੂੰ ਆਪਾਂ ਪਰੰਪਰਾਵਾਦੀ ਉਦਾਰਵਾਦੀ ਕਹਿੰਦੇ ਆ। ਤੇ ਹੁਣ ਜਿਹੜਾ ਪਰੰਪਰਾਵਾਦੀ ਉਦਾਰਵਾਦ ਹੈ, ਇਹਦੀਆਂ ਮੁੱਖ ਵਿਸ਼ੇਸ਼ਤਾਵਾਂ ਵੀ ਕਿਹੜੇ ਕਿਹੜੇ ਵਿਚਾਰਾਂ ਦਾ ਸਮੂਹ ਹੈ। ਸਭ ਤੋਂ ਪਹਿਲਾ ਵਿਚਾਰ ਇਹਦੇ ਵਿੱਚ ਕੀ ਹੈ? ਵਿਅਕਤੀ ਦੀ ਸਰਬ ਉੱਚਤਾ ਵਿੱਚ ਮਹਾਨਤਾ, ਵਿਅਕਤੀ ਦੀ ਸਰਬ ਉੱਚਤਾ ਵਿੱਚ ਮਹਾਨਤਾ। ਤਾਂ ਉਹਦੇ ਤਹਿਤ ਇਹ ਜਿਹੜਾ ਵਿਚਾਰ ਹੈ ਉਦਾਰਵਾਦੀ, ਪਰੰਪਰਾਵਾਦੀ ਉਦਾਰਵਾਦ ਹੈ ਜਿਹੜਾ, ਇਹ ਵਿਅਕਤੀ ਨੂੰ ਸਰਬ ਉੱਚ ਮੰਨਦਾ ਹੈ। ਵਿਅਕਤੀ ਸਮਾਜਿਕ ਖੇਤਰ ਹੈ, ਚਾਹੇ ਰਾਜਨੀਤਿਕ ਖੇਤਰ ਹੈ, ਚਾਹੇ ਆਰਥਿਕ ਖੇਤਰ ਹੈ, ਉਹਦਾ ਕੇਂਦਰ ਬਿੰਦੂ ਹੈ। ਸਮਾਜ ਵਿਅਕਤੀ ਤੋਂ ਅਲੱਗ ਨਹੀਂ ਹੋ ਸਕਦਾ। ਜੇ ਵਿਅਕਤੀ ਹੈ ਤਾਂ ਸਮਾਜ ਹੈ। ਤਾਂ ਇਹ ਵਿਅਕਤੀ ਨੂੰ ਕੇਂਦਰ ਬਿੰਦੂ ਮੰਨਦਾ ਹੈ। ਵਿਅਕਤੀ ਦੇ ਆਲੇ ਦੁਆਲੇ ਹੀ ਸਮਾਜ ਘੁੰਮਦਾ ਹੈ, ਨਾ ਕਿ ਸਮਾਜ ਦੇ ਆਲੇ ਦੁਆਲੇ ਵਿਅਕਤੀ ਘੁੰਮਦਾ ਹੈ। ਵਿਅਕਤੀ ਦੇ ਕਾਰਨ ਹੀ ਸਮਾਜ ਹੈ। ਤਾਂ ਸਾਰੀਆਂ, ਚਾਹੇ ਉਹ ਆਰਥਿਕ ਖੇਤਰ ਹੈ, ਸਮਾਜਿਕ ਖੇਤਰ ਹੈ, ਰਾਜਨੀਤਿਕ ਖੇਤਰ ਹੈ, ਸਾਰੀਆਂ ਦਾ ਜਿਹੜਾ ਕੇਂਦਰ ਬਿੰਦੂ ਹੈ ਉਹ ਕੀ ਹੈ? ਮਨੁੱਖ ਹੈ। ਮਨੁੱਖ ਸਰਬ ਉੱਚ ਹੈ, ਬਾਕੀ ਸਾਰੀਆਂ ਸੰਸਥਾਵਾਂ ਕੀ ਨੇ? ਗੌਣ ਨੇ, ਹੇਠਾਂ ਨੇ। ਵਿਅਕਤੀ ਨੂੰ ਹੀ ਇਹ ਮਹਾਨਤਾ ਪਹਿਲ ਦਿੰਦਾ ਹੈ। ਦੂਜਾ ਇਹਦਾ ਵਿਸ਼ੇਸ਼ਤਾ ਹੈ ਵਿਅਕਤੀ ਦੀ ਤਰਕਸ਼ੀਲਤਾ 'ਚ ਵਿਸ਼ਵਾਸ। ਮਤਲਬ ਜਦੋਂ ਆਪਾਂ ਕਿਸੇ ਨੂੰ ਦੇਖੋ, ਘਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਆਮ, ਜਦੋਂ ਕਿਸੇ ਨੂੰ ਆਪਾਂ ਕਹਿੰਦੇ ਆ ਵੀ ਇਹ ਬੱਚਾ ਕੁਝ ਕਰ ਨਹੀਂ ਸਕਦਾ, ਇਹਦੇ ਤੇ ਕੰਟਰੋਲ ਰੱਖੋ, ਭਾਵ ਉੱਥੇ ਤੁਸੀਂ ਸ਼ਕਤੀ ਉਹਦੇ ਮਾਂ-ਬਾਪ ਨੂੰ ਦੇਣਾ ਚਾਹੁੰਦੇ ਹੋ ਵੀ ਵਿਅਕਤੀ ਨੂੰ, ਬੱਚੇ ਨੂੰ ਅਕਲ ਹੈ ਜਿਹੜੀ ਘੱਟ ਹੈ, ਜਾਂ ਬੱਚਾ ਆਪਦੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ, ਤਾਂ ਜਿਹੜੀ ਸ਼ਕਤੀ ਆ ਉਹ ਵੱਡਿਆਂ ਕੋਲ ਹੋਣੀ ਚਾਹੀਦੀ ਹੈ, ਉਹਨੂੰ ਦੱਸਣ ਵੀ ਕਿਵੇਂ ਕਰਨਾ ਹੈ। ਤਾਂ ਜਿਹੜੇ ਇਹਨਾਂ ਨੇ ਵਿਅਕਤੀ ਨੂੰ ਹੀ ਜ਼ਿਆਦਾ ਤਾਕਤਵਰ ਬਣਾਇਆ, ਨਾ ਕਿ ਵੱਡਿਆਂ ਨੂੰ। ਵੱਡਾ ਭਾਵ ਕੀ ਹੈ ਇੱਥੇ? ਰਾਜ। ਭਾਵ ਰਾਜ ਕੋਲ ਸ਼ਕਤੀ ਘੱਟ ਹੋਵੇ। ਵਿਅਕਤੀ ਹੈ ਜਿਹੜਾ ਉਹ ਤਰਕਸ਼ੀਲ ਹੈ, ਉਹਨੂੰ ਆਪਣੇ ਬੁਰੇ ਭਲੇ ਦਾ ਪਤਾ ਹੈ, ਉਹਨੂੰ ਆਪਣੇ ਚੰਗਿਆਈ ਦਾ ਪਤਾ ਹੈ, ਮੇਰੇ ਭਵਿੱਖ ਵਾਸਤੇ ਚੰਗੀ ਚੀਜ਼ ਕੀ ਹੈ, ਤਾਂ ਉਹ ਲੋੜੀਂਦੀਆਂ ਚੀਜ਼ਾਂ ਆਪਣੇ ਲਈ ਕਰ ਸਕਦਾ ਹੈ। ਇਸ ਕਰਕੇ ਰਾਜ ਨੂੰ ਇਹਦੇ ਕੰਮਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਆਪਣੀਆਂ ਚੀਜ਼ਾਂ ਨੂੰ, ਆਪਣੇ ਤਰਕ ਨੂੰ ਵਿਅਕਤੀ ਦੇ ਉੱਪਰ ਨਹੀਂ ਥੋਪਣਾ ਚਾਹੀਦਾ। ਵਿਅਕਤੀ ਆਪਣੇ ਆਪ 'ਚ ਤਰਕਸ਼ੀਲ ਹੈ, ਉਹਨੂੰ ਹਰੇਕ ਚੀਜ਼ ਦੀ ਸਮਝ ਹੈ ਵੀ ਉਹਦੇ ਪੱਖ 'ਚ ਕਿਹੜੀ ਚੀਜ਼ ਆਊਗੀ, ਉਹਦੇ ਵਿਪੱਖ 'ਚ ਕਿਹੜੀ ਚੀਜ਼ ਆਊਗੀ, ਇਸ ਕਰਕੇ ਉਹਨੂੰ ਖੁੱਲ੍ਹਾ ਛੱਡ ਦੇਣਾ ਚਾਹੀਦਾ। ਤਾਂ ਉਹ ਜ਼ਰੂਰੀ ਹੈ ਵੀ ਉਹ ਕੋਈ ਬੁਰੀ ਗੱਲ, ਇਹੀ ਜੀ ਗਲਤ ਗੱਲ ਨਹੀਂ ਕਰੇਗਾ, ਕਿਉਂਕਿ ਉਹ ਤਰਕਸ਼ੀਲ ਹੈ। ਤੀਜਾ ਵਿਚਾਰ ਹੈ ਇਹਦਾ ਜਿਹੜਾ ਸਿਧਾਂਤ ਹੈ ਮਨੁੱਖੀ ਅਧਿਕਾਰ। ਜਿਹੜਾ ਪਰੰਪਰਾਵਾਦੀ ਉਦਾਰਵਾਦ ਹੈ ਇਹ ਮਨੁੱਖੀ ਅਧਿਕਾਰਾਂ ਦੇ ਪੱਖ ਵਿੱਚ ਹੈ। ਸੰਪਤੀ ਦਾ ਅਧਿਕਾਰ ਹੈ, ਜੀਵਨ ਦਾ ਅਧਿਕਾਰ ਹੈ ਤੇ ਸੁਤੰਤਰਤਾ ਦਾ ਅਧਿਕਾਰ। ਇਹ ਤਿੰਨ ਨੂੰ ਇਹ ਕੁਦਰਤੀ ਅਧਿਕਾਰ ਮੰਨਦਾ ਹੈ। ਕੁਦਰਤੀ ਅਧਿਕਾਰਾਂ ਦਾ ਭਾਵ ਇਹ ਹੁੰਦਾ ਹੈ ਵੀ ਮਨੁੱਖ ਜਨਮ ਨਾਲ ਹੀ ਇਹ ਚੀਜ਼ਾਂ ਲੈ ਕੇ ਪੈਦਾ ਹੁੰਦਾ। ਤਿੰਨ ਅਧਿਕਾਰ ਕਿਹੜੇ?
ਜੌਨ ਲੌਕ ਨੇ ਦਿੱਤਾ। ਇਹ ਵੀ ਨੋਟ ਕਰਨ ਵਾਲੀ ਗੱਲ ਹੈ, ਕੁਦਰਤੀ ਅਧਿਕਾਰਾਂ ਦਾ ਜਿਹੜਾ ਸਿਧਾਂਤ ਹੈ ਉਹ ਕਿਹਨੇ ਦਿੱਤਾ? ਜੌਨ ਲੌਕ ਨੇ। ਤਾਂ ਇਹ ਕਹਿੰਦਾ ਹੈ ਵੀ ਜਿਹੜਾ ਵਿਅਕਤੀ ਹੈ 3 ਅਧਿਕਾਰ, ਸੰਪत्ति ਦਾ, ਸੁਤੰਤਰਤਾ ਦਾ ਤੇ ਜੀਵਨ ਦਾ, ਇਹ ਨਾਲ ਲੈ ਕੇ ਪੈਦਾ ਹੁੰਦਾ ਹੈ। ਇਹ ਕਿਸੇ ਰਾਜ ਨੇ ਨਹੀਂ ਦਿੱਤੇ ਇਹਨੂੰ, ਕਿਸੇ ਰਾਜ ਨੇ ਨਹੀਂ ਇਹਨੂੰ ਦਿੱਤੇ, ਇਹ ਇਹਦੇ ਆਪਦੇ ਨੇ। ਇਸ ਕਰਕੇ ਰਾਜ ਇਹਨਾਂ ਨੂੰ ਇਹਨਾਂ ਨਾਲੋਂ ਨਹੀਂ ਖੋ ਸਕਦਾ। ਇਸ ਕਰਕੇ ਇਹ ਵੱਧ ਤੋਂ ਵੱਧ ਅਧਿਕਾਰਾਂ ਦੇ ਪੱਖ ਵਿੱਚ ਹੈ ਵੀ ਮਨੁੱਖੀ ਅਧਿਕਾਰ ਨੇ ਜਿਹੜੇ ਉਹ ਵਿਅਕਤੀ ਦੇ ਨੇ, ਉਹ ਕਿਸੇ ਵੀ ਤਰ੍ਹਾਂ ਦਾ ਰਾਜ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ। ਅਗਲੀ ਵਿਸ਼ੇਸ਼ਤਾ ਹੈ ਨਿੱਜੀ ਸੰਪत्ति ਦੇ ਅਧਿਕਾਰ ਦਾ ਸਮਰਥਨ। ਜਿਹੜਾ ਇਹ ਉਦਾਰਵਾਦ ਹੈ ਪਰੰਪਰਾਵਾਦੀ, ਇਹ ਨਿੱਜੀ ਸੰਪत्ति ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਉਹ ਕਹਿੰਦਾ ਨਿੱਜੀ ਸੰਪत्ति ਹੋਣੀ ਚਾਹੀਦੀ ਹੈ, ਜਦ ਕਿ ਸਮਾਜਵਾਦ ਹੈ ਜਿਹੜਾ ਜਾਂ ਮਾਰਕਸਵਾਦ ਜਿਹਨੂੰ ਕਹਿੰਦੇ ਆਪਾਂ, ਉਹ ਨਿੱਜੀ ਸੰਪत्ति ਦਾ ਵਿਰੋਧ ਕਰਦਾ ਹੈ। ਉਹ ਕਹਿੰਦਾ ਵੀ ਕਿਸੇ ਨੂੰ ਅਮੀਰ ਹੋਣ ਦੀ ਨਿੱਜੀ ਸੰਪत्ति ਦੇ ਨਾਲ ਅਮੀਰੀ ਤੇ ਗਰੀਬੀ ਜ਼ਿਆਦਾ ਪਾੜਾ ਵੱਧਦਾ ਹੈ, ਕੋਈ ਜ਼ਿਆਦਾ ਅਮੀਰ ਹੋ ਜਾਂਦਾ ਹੈ, ਕੋਈ ਜ਼ਿਆਦਾ ਗਰੀਬ ਹੋ ਜਾਂਦਾ ਹੈ, ਪਰ ਇਹ ਚੀਜ਼ ਨੂੰ ਗਲਤ ਦੱਸਦਾ ਹੈ। ਇਹ ਉਹ ਕਹਿੰਦਾ ਹੈ ਉਦਾਰਵਾਦ, ਜਿਹੜਾ ਪੁਰਾਣਾ ਉਦਾਰਵਾਦ ਹੈ, ਇਹ ਕਹਿੰਦਾ ਵੀ ਜੇ ਕੋਈ ਅਮੀਰ ਹੋਇਆ ਤਾਂ ਉਹ ਆਪਣੇ ਗੁਣਾਂ ਦੇ ਸਿਰ ਤੇ ਹੋਇਆ। ਜੇ ਉਹਨੇ ਜ਼ਿਆਦਾ ਤਰੱਕੀ ਕੀਤੀ ਹੈ ਤਾਂ ਆਪਣੀ ਮਿਹਨਤ ਨਾਲ ਕੀਤੀ ਹੈ। ਤਾਂ ਰਾਜ ਦੇ ਕੋਲ ਇਹੋ ਜਿਹਾ ਕੋਈ ਕਾਨੂੰਨ ਰਾਜ ਦਾ ਅਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਵਿਅਕਤੀ ਦੀ ਨਿੱਜੀ ਸੰਪत्ति ਨੂੰ ਉਹ ਤੋਂ ਵੱਖ ਕਰਦਾ ਹੋਵੇ। ਨਿੱਜੀ ਸੰਪत्ति ਉਹਦੇ ਲਈ ਇੱਕ ਤਰ੍ਹਾਂ ਦਾ ਪੁਰਸਕਾਰ ਹੈ ਜਿਹਦੇ ਆਧਾਰ ਤੇ ਉਹ ਵੱਧ ਤੋਂ ਵੱਧ ਕੰਮ ਕਰੂਗਾ। ਜੇ ਉਹਨੂੰ ਦੂਜਿਆਂ ਦੇ ਬਰਾਬਰ ਗਿਣਿਆ ਗਿਆ ਜਾਂ ਉਹਨੂੰ ਨਿੱਜੀ ਸੰਪत्ति ਦਾ ਅਧਿਕਾਰ ਨਾ ਹੋਇਆ, ਸਾਰੇ ਬਰਾਬਰ ਹੋਏ, ਤਾਂ ਉਹ ਦੂਜਿਆਂ ਨਾਲ ਵੱਧ ਕੰਮ ਕਿਉਂ ਕਰੂਗਾ? ਤਾਂ ਇਸ ਕਰਕੇ ਇਹ ਕਹਿੰਦਾ ਵੀ ਨਿੱਜੀ ਸੰਪत्ति ਹੋਣੀ ਚਾਹੀਦੀ ਹੈ, ਇਹ ਉਹਦਾ ਜਨਮ ਸਿੱਧ ਅਧਿਕਾਰ ਹੈ, ਇਸ ਕਰਕੇ ਹੀ ਉਹ ਵੱਧ ਤੋਂ ਵੱਧ ਕੰਮ ਕਰੇਗਾ। ਅਗਲਾ ਹੈ ਵਿਅਕਤੀ ਟੀਚਾ ਰਾਜ ਸਾਧਨ। ਇਹ ਰਾਜ ਨੂੰ ਕੀ ਮੰਨਦੇ ਨੇ? ਸਿਰਫ ਇੱਕ ਸਾਧਨ। ਜਿਵੇਂ ਹੋਰ ਸੰਸਥਾਵਾਂ ਨੇ, ਆਪਾਂ ਕਿਤੇ ਜਾਣਾ ਹੈ ਤਾਂ ਕੋਈ, ਜਦੋਂ ਆਪਾਂ ਕਿਸੇ ਸ਼ਹਿਰ ਜਾਣਾ ਹੈ ਜਾਂ ਕਿਤੇ ਆਪਾਂ ਦੂਰ ਜਾਣਾ ਹੈ, ਉਹਦੇ ਹਿਸਾਬ ਨਾਲ ਆਪਾਂ ਸਾਧਨ ਬਦਲ ਲੈਂਦੇ ਆ, ਪੱਕਾ ਇੱਕੋ ਸਾਧਨ ਤੇ ਨਹੀਂ ਰਹਿੰਦਾ। ਜਦ ਕਿ ਮੇਨ ਆਪਣਾ ਟੀਚਾ ਕੀ ਹੁੰਦਾ? ਕਿਤੇ ਜਾਣਾ, ਚਾਹੇ ਤੁਸੀਂ ਕਿਸੇ ਬਾਹਰਲੇ ਅਬਰੋਡ ਜਾਣਾ, ਕਿਸੇ ਬਾਹਰਲੇ ਦੇਸ਼ ਜਾਣਾ ਹੈ ਜਾਂ ਕਿਤੇ ਦੂਰ ਜਾਣਾ, ਉਹੋ ਜਿਹੇ ਹਿਸਾਬ ਨਾਲ ਤੁਸੀਂ ਸਾਧਨ ਨੂੰ ਵਰਤਦੇ ਹੋ। ਸਾਧਨ ਬਦਲਦੇ ਰਹਿੰਦੇ ਨੇ। ਜਿਵੇਂ ਕੋਈ ਸਾਧਨ ਆਪਾਂ ਨੇੜੇ ਜਾਣਾ ਹੈ ਤਾਂ ਕੋਈ ਬਾਈਕ ਤੇ ਜਾਂਦਾ ਹੈ, ਕੋਈ ਐਕਟਿਵਾ ਤੇ ਜਾਂਦਾ ਹੈ, ਉਸੇ ਤਰ੍ਹਾਂ ਕੋਈ ਥੋੜਾ ਹੋਰ ਦੂਰ ਜਾਣਾ, ਕੋਈ ਟ੍ਰੇਨ ਰਾਹੀਂ ਜਾਂਦਾ, ਕੋਈ ਬੱਸ ਰਾਹੀਂ ਜਾਂਦਾ ਹੈ, ਅਬਰੋਡ ਜਾਂਦਾ ਹੈ ਤਾਂ ਜਹਾਜ਼ ਰਾਹੀਂ ਜਾਂਦਾ ਹੈ। ਮਤਲਬ ਜਿਹੜੇ ਸਾਧਨ ਨੇ ਉਹ ਬਦਲਦੇ ਰਹਿੰਦੇ ਨੇ, ਸਾਧਨਾਂ ਦੀ ਕੋਈ ਵਾਲੀ ਅਹਿਮੀਅਤ ਨਹੀਂ ਹੁੰਦੀ। ਇਸੇ ਕਰਕੇ ਇਹ ਰਾਜ ਨੂੰ ਕੀ ਮੰਨਦਾ? ਸਿਰਫ ਇੱਕ ਸਾਧਨ, ਜਿਹੜਾ ਵਿਅਕਤੀ ਦੀ ਖੁਸ਼ੀ ਲਈ ਹੈ, ਵਿਅਕਤੀ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਲਈ ਹੈ, ਜਾਂ ਵਿਅਕਤੀ ਦੇ ਕੰਮਾਂ ਨੂੰ, ਕੁਝ ਕੰਮਾਂ ਨੂੰ ਕਰਨ ਦੇ ਲਈ ਹੈ। ਪਰ ਟੀਚਾ ਕੌਣ ਹੈ? ਵਿਅਕਤੀ। ਅਸਲ ਦੇ ਵਿੱਚ ਲਾਸਟ ਚੀਜ਼ ਕੌਣ ਹੈ? ਵਿਅਕਤੀ। ਵਿਅਕਤੀ ਦੇ ਲਈ ਹੀ ਰਾਜ ਹੈ, ਨਾ ਕਿ ਵਿਅਕਤੀ ਰਾਜ ਦੇ ਲਈ ਹੈ। ਅਗਲਾ, ਰਾਜ ਇੱਕ ਬਨਾਵਟੀ ਸੰਸਥਾ ਹੈ। ਬਨਾਵਟੀ ਸੰਸਥਾ ਉਹਨੂੰ ਕਿਹਾ ਜਾਂਦਾ ਹੈ ਜਿਹੜੀ ਸੰਸਥਾ ਕੁਦਰਤੀ ਨਾ ਹੋਵੇ, ਜਿਹੜੀ ਸੰਸਥਾ ਆਪਣੇ ਆਪ ਨਾ ਬਣੀ ਹੋਵੇ। ਬਨਾਵਟੀ ਸੰਸਥਾ ਕਿਉਂ ਆ? ਉਹ ਕਹਿੰਦਾ ਵੀ ਜਿਹੜਾ ਰਾਜ ਹੈ ਇਹ ਮਨੁੱਖ ਨੇ ਆਪਣੇ ਕੰਮਾਂ ਨੂੰ ਕਰਨ ਦੇ ਲਈ ਆਪ ਬਣਾਇਆ। ਆਪਾਂ ਜਿਵੇਂ ਸਮਝੌਤੇ ਦੇ ਸਿਧਾਂਤ ਪੜ੍ਹਦੇ ਹਾਂ, ਜਿਹਦੇ ਵਿੱਚ ਹੈ ਬਹੁਤ ਸਾਰੇ 3 ਸਮਝੌਤੇ ਆਪਾਂ ਪੜ੍ਹਦੇ ਹਾਂ। ਰੂਸੋ ਦਾ ਸਾਂਝੀ ਇੱਛਾ ਦਾ ਸਿਧਾਂਤ ਹੈ, ਹੋਰ ਬਹੁਤ ਸਾਰੇ। ਉਹ ਕਹਿੰਦੇ ਨੇ ਵੀ ਜਿਹੜਾ ਰਾਜ ਹੈ ਉਹ ਕੁਦਰਤੀ ਨਹੀਂ ਹੈ, ਸਗੋਂ ਰਾਜ ਬਨਾਵਟੀ ਹੈ, ਲੋਕਾਂ ਨੇ ਇੱਕ ਸਮਝੌਤੇ ਦੇ ਤਹਿਤ ਬਣਾਇਆ। ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਤਰ੍ਹਾਂ ਦੇ ਵਿਚਾਰ ਵੀ ਨੇ। ਇਹ ਵੀ ਇਹੀ ਮੰਨਦਾ ਹੈ ਵੀ ਜਿਹੜਾ ਰਾਜ ਹੈ ਇਹ ਕੋਈ ਕੁਦਰਤੀ ਸੰਸਥਾ ਨਹੀਂ ਹੈ, ਇਹ ਲੋਕਾਂ ਦੁਆਰਾ, ਆਪਣੇ ਮਨੁੱਖ ਦੁਆਰਾ ਆਪਣੇ ਕੰਮਾਂ ਨੂੰ ਸੁਖਾਲਾ ਕਰਨ ਦੇ ਲਈ, ਆਪਣੇ ਰਾਜਨੀਤਿਕ ਜੀਵਨ ਨੂੰ, ਆਪਣੇ ਸਮਾਜਿਕ ਜੀਵਨ ਨੂੰ ਸੁਖਾਲਾ ਕਰਨ ਦੇ ਲਈ ਬਣਾਈ ਹੋਈ ਇੱਕ ਚੀਜ਼ ਹੈ। ਇਸ ਤੋਂ ਵੱਧ ਇਹਨੂੰ ਉਹ ਕੋਈ ਅਹਿਮੀਅਤ ਨਹੀਂ ਦਿੰਦਾ। ਅਗਲਾ, ਰਾਜ ਇੱਕ ਜ਼ਰੂਰੀ ਬੁਰਾਈ। ਹੋਰ ਵੱਡਾ ਕਨਸੈਪਟ ਨਿਕਲ ਕੇ ਆਉਂਦਾ ਹੈ। ਇਹ ਰਾਜ ਨੂੰ ਜ਼ਰੂਰੀ ਕਿਉਂ ਕਹਿੰਦਾ ਹੈ? ਕਿਉਂਕਿ ਰਾਜ ਦੀ ਲੋੜ ਤਾਂ ਪਈ, ਇਹਦੇ ਨਾਲ ਮਨੁੱਖ ਦੀ ਜਿਹੜਾ 3 ਆਪਾਂ ਕੁਦਰਤੀ ਅਧਿਕਾਰ ਲੈਂਦੇ ਹਾਂ ਮਨੁੱਖ ਦੇ, ਜਿਹਦੇ ਵਿੱਚ ਜੀਵਨ ਦਾ, ਸੁਤੰਤਰਤਾ ਦਾ ਅਤੇ ਸੰਪत्ति ਦਾ, ਜਿਹਦੇ ਰਾਜ ਦੀ ਲੋੜ ਕਿਉਂ ਪਈ? ਰਾਜ ਮਨੁੱਖ ਦੀ ਕਿਹੜੀ ਚੀਜ਼ ਦੀ ਰੱਖਿਆ ਕਰਨ ਦੇ ਲਈ ਬਣਾਇਆ ਗਿਆ? ਜੀਵਨ ਦੀ ਰੱਖਿਆ ਦੇ ਲਈ, ਉਹਦੀ ਸੁਤੰਤਰਤਾ ਦੀ ਸੁਰੱਖਿਆ ਦੇ ਲਈ ਤੇ ਉਹਦੀ ਸੰਪत्ति ਦੀ ਸੁਰੱਖਿਆ ਦੇ ਲਈ। ਇਸ ਕਰਕੇ ਰਾਜ ਜ਼ਰੂਰੀ ਹੈ। ਬੁਰਾ ਕਿਉਂ ਰਾਜ ਨੂੰ ਨਾਲ ਇਹ ਬੁਰਾ ਵੀ ਕਹਿੰਦਾ ਹੈ, ਕਿਉਂਕਿ ਰਾਜ ਦੇ ਕਾਨੂੰਨ ਕਿਤੇ ਨਾ ਕਿਤੇ, ਚਾਹੇ ਥੋੜੀ ਮਾਤਰਾ 'ਚ ਚਾਹੇ ਬਹੁਤੀ ਮਾਤਰਾ ਦੇ ਵਿੱਚ, ਵਿਅਕਤੀ ਦੀ ਸੁਤੰਤਰਤਾ ਨੂੰ ਨਸ਼ਟ ਕਰਦੇ ਨੇ। ਇਸ ਕਰਕੇ ਰਾਜ ਜ਼ਰੂਰੀ ਤਾਂ ਹੈ ਕਿਉਂਕਿ ਰਾਜ ਵਿਅਕਤੀ ਦੀ ਸੁਤੰਤਰਤਾ ਦਿੰਦਾ ਹੈ, ਵਿਅਕਤੀ ਦੇ ਨੂੰ ਬਾਹਰਲੇ ਹਮਲਿਆਂ ਤੋਂ, ਅੰਦਰੂਨੀ ਹਮਲਿਆਂ ਤੋਂ ਬਚਾ ਕੇ ਰੱਖਦਾ ਹੈ। ਇਸ ਕਰਕੇ ਤਾਂ ਰਾਜ ਜ਼ਰੂਰੀ ਹੈ। ਪਰ ਨਾਲ ਬੁਰਾ ਕਿਉਂ ਹੈ? ਕਿਉਂਕਿ ਰਾਜ ਦੇ ਕੁਝ ਕਾਨੂੰਨ, ਸਰਕਾਰ ਦੇ ਕੁਝ ਕਾਨੂੰਨ, ਦੇਸ਼ ਦੇ ਕੁਝ ਕਾਨੂੰਨ ਵਿਅਕਤੀ ਦੀ ਸੁਤੰਤਰਤਾ ਨੂੰ ਨਸ਼ਟ ਕਰਦੇ ਨੇ। ਸੰਵਿਧਾਨਕ ਸ਼ਾਸਨ, ਇਹ ਕਿਹੜੇ ਸ਼ਾਸਨ ਦੇ ਪੱਖ ਵਿੱਚ ਨੇ? ਪਰੰਪਰਾਵਾਦੀ, ਉਦਾਰਵਾਦੀ? ਨਾ ਤਾਨਾਸ਼ਾਹੀ ਦੇ ਪੱਖ ਵਿੱਚ ਨੇ, ਵੀ ਰਾਜੇ ਦਾ ਰਾਜ ਹੋਵੇ, ਉਹ ਆਪਣੀ ਮਰਜ਼ੀ ਨਾਲ ਰਾਜ ਕਰਦਾ ਹੋਵੇ, ਕਿਉਂਕਿ ਉਹ ਚੀਜ਼ ਨੂੰ ਤਾਂ ਇਹ ਉਹਦੇ ਤਾਂ ਉਲਟ ਨੇ ਪੂਰੇ।
ਕਿਉਂਕਿ ਇਹ ਤਾਂ ਕਹਿੰਦੇ ਹੀ ਨੇ ਵੀ ਵਿਅਕਤੀ ਨੂੰ ਪੂਰੀ ਦੀ ਪੂਰੀ ਸੁਤੰਤਰਤਾ ਹੋਣੀ ਚਾਹੀਦੀ ਹੈ। ਇਸ ਕਰਕੇ ਤਾਨਾਸ਼ਾਹੀ ਦਾ ਵੀ ਇਹ ਵਿਰੋਧ ਕਰਦੇ ਨੇ। ਮਿਲਟਰੀ ਰਾਜ ਭਾਵ ਸੈਨਾ ਦਾ ਰਾਜ, ਉਹਦਾ ਵੀ ਇਹ ਵਿਰੋਧ ਕਰਦੇ ਨੇ। ਕੁਲੀਨ ਤੰਤਰ ਭਾਵ ਕੁਝ ਅਮੀਰਾਂ ਦਾ, ਕੁਝ ਸਿਆਣਿਆਂ ਦਾ ਰਾਜ, ਉਹਦਾ ਵੀ ਇਹ ਵਿਰੋਧ ਕਰਦੇ ਨੇ। ਇਹ ਕਿਹੜੇ ਰਾਜ ਦੇ ਪੱਖ ਵਿੱਚ ਨੇ? ਸੰਵਿਧਾਨਕ ਸ਼ਾਸਨ। ਸੰਵਿਧਾਨਕ ਸ਼ਾਸਨ, ਜਿਹੜੇ ਲੋਕ ਆਪਣਾ ਸੰਵਿਧਾਨ ਆਪ ਬਣਾਉਂਦੇ ਨੇ, ਉਹਦੇ ਅਨੁਸਾਰ ਕੋਈ ਆਪਣੀ ਮਨਮਰਜ਼ੀ ਨਹੀਂ ਕਰਦਾ। ਸਰਕਾਰ ਉਸ ਸੰਵਿਧਾਨ ਦੇ ਅਨੁਸਾਰ ਚੱਲਦੀ ਹੈ, ਉਹਦੇ ਅਨੁਸਾਰ ਹੀ ਕੰਮ ਕਰਦੀ ਹੈ, ਉਹਦੇ ਅਨੁਸਾਰ ਹੀ ਦੇਸ਼ ਚੱਲਣਾ ਚਾਹੀਦਾ ਹੈ। ਅਗਲਾ ਰੂਪ ਹੈ ਸਮਕਾਲੀ ਉਦਾਰਵਾਦ। ਸਮਕਾਲੀ ਉਦਾਰਵਾਦ ਭਾਵ ਨਵਾਂ ਉਦਾਰਵਾਦ, ਜਿਹਨੂੰ ਅੱਜ ਕੱਲ੍ਹ ਦਾ ਉਦਾਰਵਾਦ ਕਿਹਾ ਜਾਂਦਾ ਹੈ। ਪਰੰਪਰਾਵਾਦੀ ਉਦਾਰਵਾਦ ਨੂੰ ਛੱਡ ਕੇ ਸਮਕਾਲੀ ਉਦਾਰਵਾਦ ਦੀ ਆਪਾਂ ਨੂੰ ਜ਼ਰੂਰਤ ਕਿਉਂ ਪਈ? ਇਹਦਾ ਮੁੱਖ ਕਾਰਨ ਸੀ ਮਾਰਕਸਵਾਦ ਦੀ ਲੋਕਪ੍ਰਿਯਤਾ। ਕਿਉਂਕਿ ਪਰੰਪਰਾਵਾਦੀ ਉਦਾਰਵਾਦ ਨੇ ਲੋਕਾਂ ਨੂੰ ਖੁੱਲੇ ਛੱਡ ਦਿੱਤਾ, ਰਾਜ ਦੀ ਦਖਲਅੰਦਾਜ਼ੀ ਨੂੰ ਘੱਟ ਕੀਤਾ, ਰਾਜ ਨੂੰ ਜ਼ਰੂਰੀ ਬੁਰਾਈ ਕਿਹਾ ਗਿਆ। ਉਹਦੇ ਤਹਿਤ ਰਾਜ ਦੀ ਦਖਲਅੰਦਾਜ਼ੀ ਘੱਟ ਹੋਣ ਕਾਰਨ ਅਮੀਰ ਹੋਰ ਅਮੀਰ ਹੋਈ ਗਏ, ਗਰੀਬ ਹੋਰ ਗਰੀਬ ਹੋਈ ਗਏ। ਕਿਸੇ ਵੀ ਤਰ੍ਹਾਂ ਦਾ ਕਾਨੂੰਨ ਅਮੀਰ ਉੱਤੇ ਲਾਗੂ ਨਹੀਂ ਹੁੰਦਾ ਸੀ। ਉਹ ਆਪਣੀ ਮਰਜ਼ੀ ਨਾਲ ਕਿਰਤੀਆਂ ਦੀ ਲੁੱਟ ਖਸੁੱਟ ਕਰਦੇ ਸੀਗੇ। ਇਸ ਨਾਲ ਸਮਾਜ ਦੇ ਵਿੱਚ ਪਾੜਾ ਵੱਧ ਗਿਆ। ਦੋ ਤਰ੍ਹਾਂ ਦੇ ਵਰਗ ਪੈਦਾ ਹੋ ਗਏ, ਇੱਕ ਅਮੀਰ ਤੇ ਇੱਕ ਗਰੀਬ। ਤਾਂ ਇਸੇ ਇੱਕ ਉਧਰੋਂ ਉਹੀ ਸਮਿਆਂ ਦੇ ਵਿੱਚ ਜਿਹੜੀ ਮਾਰਕਸਵਾਦੀ ਵਿਚਾਰਧਾਰਾ ਉਹ ਹਰਮਨ ਪਿਆਰੀ ਹੋਣ ਲੱਗੀ। ਕਿਰਤੀ ਮਾਰਕਸਵਾਦ ਵੱਲ ਨੂੰ ਜੁੜਨ ਲੱਗ ਗਏ। ਤਾਂ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਚੇਂਜ ਲਿਆਉਣੀ, ਉਦਾਰਵਾਦ ਨੂੰ ਆਪਣੇ ਆਪ ਵਿੱਚ ਚੇਂਜ ਲਿਆਉਣੀ ਜ਼ਰੂਰੀ ਸੀ। ਜਿਵੇਂ ਆਪਾਂ ਦੇਖਦੇ ਹਾਂ, ਕੋਈ ਜਦੋਂ ਇੱਕ ਦੁਕਾਨਦਾਰੀ ਦੇ ਵਿੱਚ ਥੋੜੀ ਮੋਟੀ ਜਦੋਂ ਦੂਜਾ ਦੁਕਾਨਦਾਰੀ ਚੱਲਦੀ ਹੈ, ਕਦੇ ਥੋੜੀ ਮੋਟੀ ਘਟ ਜਾਂਦੀ ਹੈ, ਆਪਣਾ ਗਾਹਕ ਟੁੱਟ ਕੇ ਦੂਜੀ ਦੁਕਾਨਦਾਰੀ ਨਾਲ ਜੁੜਨ ਲੱਗਦਾ ਹੈ, ਤਾਂ ਆਪਾਂ ਆਪਦੇ ਆਪ ਵਿੱਚ ਥੋੜੀ ਮੋਟੀ ਮੋਡੀਫਿਕੇਸ਼ਨ ਕਰਦੇ ਹਾਂ। ਉਹਦੇ ਵੀ ਚੇਂਜ ਕਰਕੇ ਜਿਹੜਾ ਆਪਣਾ ਗਾਹਕ ਆਪਣੇ ਨਾਲੋਂ ਜਾਂ ਆਪਣੇ ਲੋਕ ਆਪਣੇ ਨਾਲੋਂ ਦੂਰ ਜਾ ਰਹੇ ਨੇ, ਉਹ ਆਪਣੇ ਨਾਲ ਫੇਰ ਜੁੜਨ। ਇਹ ਸਾਰੀਆਂ ਚੀਜ਼ਾਂ ਤੇ ਲਾਗੂ ਹੁੰਦੀਆਂ ਨੇ। ਉਸੇ ਤਰ੍ਹਾਂ ਉਦਾਰਵਾਦ ਤੇ ਵੀ ਇਹ ਚੀਜ਼ ਲਾਗੂ ਹੁੰਦੀ ਹੈ। ਤਾਂ ਜਿਹੜਾ ਕਿਰਤੀ ਵਰਗ ਹੈ ਉਹ ਇਹਨੂੰ ਛੱਡ ਰਿਹਾ ਸੀ, ਉਦਾਰਵਾਦੀ ਰਾਜਨੀਤਿਕ ਵਿਵਸਥਾ ਨੂੰ ਜਾਂ ਉਦਾਰਵਾਦੀ ਆਰਥਿਕ ਵਿਵਸਥਾ ਦੇ ਉਹ ਵਿਰੋਧ ਕਰ ਰਿਹਾ ਸੀਗਾ। ਤਾਂ ਇਸ ਮਜਬੂਰੀ ਕਾਰਨ ਉਦਾਰਵਾਦ ਨੇ ਆਪਣੇ ਵਿਚਾਰਾਂ ਵਿੱਚ ਕੁਝ ਚੇਂਜ ਕੀਤੀ, ਜਿਹਨੂੰ ਆਪਾਂ ਕਹਿੰਦੇ ਹਾਂ ਸਮਕਾਲੀ ਉਦਾਰਵਾਦ। ਇਹਦੇ ਮੁੱਖ ਸਮਰਥਕ ਨੇ, ਨਾਂ ਯਾਦ ਰੱਖਣਾ ਹੈ, ਬੈਂਥਮ, TH ਗ੍ਰੀਨ, JS ਮਿਲ ਤੇ ਲਾਸਕੀ। ਪਹਿਲਾਂ ਪੁਰਾਣੇ ਆਪਾਂ ਪਰੰਪਰਾਵਾਦੀ ਉਦਾਰਵਾਦੀਆਂ ਦੇ ਨਾਮ ਵੀ ਦੱਸ ਚੁੱਕੇ ਹਾਂ ਤੁਹਾਨੂੰ। ਐਡਮ ਸਮਿਥ ਹੋਰਾਂ ਦੇ, ਐਡਮ ਸਮਿਥ ਹੋ ਗਿਆ, ਤਾਂ ਹਰਬਰਟ ਸਪੈਂਸਰ ਹੋ ਗਿਆ। ਉਸੇ ਤਰ੍ਹਾਂ ਜਿਹੜੇ ਨਵੇਂ ਉਦਾਰਵਾਦੀ ਨੇ, ਇਹਨਾਂ ਦੇ ਨਾਮ ਵੀ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਇਹ ਨੋਟ ਕਰਨ ਵਾਲੀ ਗੱਲ ਹੈ, ਇਹ ਕੁਐਸਚਨ ਵੀ ਆ ਸਕਦਾ ਹੈ। ਹੁਣ ਸਮਕਾਲੀ ਉਦਾਰਵਾਦ ਦੇ ਜਿਹੜੇ ਮੁੱਖ ਸਿਧਾਂਤ ਨੇ ਉਹ ਕਿਸ ਤਰ੍ਹਾਂ ਨੇ? ਆਪਾਂ ਪਹਿਲਾਂ ਪਰੰਪਰਾਵਾਦੀ ਉਦਾਰਵਾਦ ਦੇ ਸਿਧਾਂਤ ਕੀਤੇ ਨੇ, ਹੁਣ ਇਹਨਾਂ ਦੇ ਕਰਦੇ ਹਾਂ। ਮਾਨਵਵਾਦ ਵਿੱਚ ਵਿਸ਼ਵਾਸ, ਉਹ ਪੁਰਾਣੇ ਵੀ ਰੱਖਦੇ ਨੇ। ਮਾਨਵਵਾਦ ਵਿੱਚ ਵਿਸ਼ਵਾਸ, ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ, ਵਿਅਕਤੀ ਹੈ। ਕਿਸੇ ਨੂੰ ਸਮਾਜਿਕ ਆਧਾਰ ਤੇ, ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ ਉਹਦਾ ਵਿਰੋਧ ਨਹੀਂ ਕੀਤਾ ਜਾ ਸਕਦਾ, ਉਹਨੂੰ ਅਧਿਕਾਰਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ। ਸਾਰੇ ਮਾਨਵ ਕੀ ਨੇ? ਬਰਾਬਰ ਨੇ। ਠੀਕ ਹੈ। ਮਾਨਵਵਾਦ ਵਿੱਚ ਵਿਸ਼ਵਾਸ, ਯਾਨੀ ਕਿ ਜਿਹੜੀ ਇਹ ਵਿਚਾਰਧਾਰਾ ਹੈ, ਸਮਕਾਲੀ ਉਦਾਰਵਾਦ ਵਿਚਾਰਧਾਰਾ ਹੈ, ਇਹ ਮਾਨਵਵਾਦ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਵੀ ਸਾਰੇ ਮਨੁੱਖ ਕੀ ਨੇ? ਬਰਾਬਰ ਨੇ। ਕਿਸੇ ਵੀ ਮਨੁੱਖ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਧਾਰਮਿਕ ਆਧਾਰ ਤੇ, ਰਾਜਨੀਤਿਕ ਆਧਾਰ ਤੇ, ਉਹਦੀ ਸਮਾਜਿਕ ਕਾਰਨਾਂ ਕਰਕੇ, ਆਰਥਿਕ ਕਾਰਨਾਂ ਕਰਕੇ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮਨੁੱਖ ਦੀ ਭਲਾਈ ਵਿੱਚ ਹੀ ਸਭ ਦੀ ਭਲਾਈ ਹੈ, ਇਹਦੇ ਵਿੱਚ ਇਹ ਵਿਸ਼ਵਾਸ ਰੱਖਦੇ। ਦੂਜਾ, ਮਨੁੱਖੀ ਸੁਤੰਤਰਤਾ ਵਿੱਚ ਵਿਸ਼ਵਾਸ। ਜਿਹੜੀ ਇਹ ਵਿਚਾਰਧਾਰਾ, ਇਹ ਵੀ ਮਨੁੱਖੀ ਸੁਤੰਤਰਤਾ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਕਿਉਂਕਿ ਆਪਣਾ ਮੂਲ ਤਾਂ ਉਹੀ ਹੈ ਪਰੰਪਰਾਵਾਦੀ ਵਾਲਾ। ਕੁਝ ਕੁ ਚੇਂਜਾਂ ਇਹਨੇ ਆਪਦੇ ਆਪ ਵਿੱਚ ਚੇਂਜਸ ਕੀਤੀਆਂ ਨੇ, ਉਹ ਆਪਾਂ ਅੱਗੇ ਗੱਲ ਕਰਾਂਗੇ। ਦੂਜਾ ਵੀ ਉਹੀ ਹੈ ਲਗਭਗ, ਮਨੁੱਖੀ ਸੁਤੰਤਰਤਾ ਵਿੱਚ ਵਿਸ਼ਵਾਸ। ਪੁਰਾਣਾ ਉਦਾਰਵਾਦ ਹੈ ਜਿਹੜਾ, ਉਹ ਵੀ ਮਨੁੱਖੀ ਸੁਤੰਤਰਤਾ ਵਿੱਚ ਵਿਸ਼ਵਾਸ ਰੱਖਦਾ ਹੈ, ਤੇ ਜਿਹੜਾ ਨਵਾਂ ਉਦਾਰਵਾਦ ਹੈ ਉਹ ਵੀ ਮਨੁੱਖੀ ਸੁਤੰਤਰਤਾ ਵਿੱਚ ਵਿਸ਼ਵਾਸ ਰੱਖਦਾ ਹੈ ਵੀ ਮਨੁੱਖ ਪੂਰਨ ਤੌਰ ਤੇ ਸੁਤੰਤਰ ਹੋਣਾ ਚਾਹੀਦਾ ਹੈ। ਪਰ ਇੱਥੇ ਥੋੜੀ ਜਿਹੀ ਸੁਤੰਤਰਤਾ ਦਾ ਅਰਥ, ਜਿਵੇਂ ਆਪਾਂ ਕਹਿ ਦਈਏ, ਉਹਨਾਂ ਨਾਲੋਂ ਭਿੰਨ ਹੈ। ਪੁਰਾਣਾ ਉਦਾਰਵਾਦ ਹੈ ਜਿਹੜਾ, ਉਹ ਪੂਰੀ ਸੁਤੰਤਰਤਾ ਦੇ ਪੱਖ ਵਿੱਚ ਹੈ, ਚਾਹੇ ਉਹ ਮਨੁੱਖ ਦੇ ਲਈ ਖਤਰਨਾਕ ਹੈ, ਚਾਹੇ ਉਹ ਮਨੁੱਖ ਦੇ ਲਈ ਚੰਗੀ ਹੈ। ਪਰ ਇਹ ਉਨੀ ਕੁ ਸੁਤੰਤਰਤਾ ਦੇ ਲਈ ਸਹਿਮਤ ਹੈ ਜਿੰਨੀ ਸੁਤੰਤਰਤਾ ਮਨੁੱਖ ਦੇ ਭਲੇ ਲਈ ਜ਼ਰੂਰੀ ਹੈ। ਜਦੋਂ ਮੇਰੀ ਸੁਤੰਤਰਤਾ ਦੂਜਿਆਂ ਲਈ ਹਾਨੀਕਾਰਕ ਬਣਦੀ ਹੈ, ਦੂਜਿਆਂ ਲਈ ਖਤਰਾ ਬਣਦੀ ਹੈ, ਉੱਥੇ ਮੇਰੀ ਇਹ ਸੁਤੰਤਰਤਾ ਨੂੰ ਖਤਮ ਕਰਨਾ ਚਾਹੁੰਦਾ ਹੈ, ਮੇਰੀ ਸੁਤੰਤਰਤਾ ਦੇ ਉੱਤੇ ਪਾਬੰਦੀ ਲਾਉਣਾ ਚਾਹੁੰਦਾ। ਤੀਜਾ, ਵਿਅਕਤੀ ਦੀ ਮਹਾਨਤਾ ਤੇ ਵਿਸ਼ਵਾਸ। ਇਸ ਦੇ ਅਨੁਸਾਰ ਕੀ ਹੈ? ਵਿਅਕਤੀ ਮਹਾਨ ਹੈ, ਵਿਅਕਤੀ ਲਵੇ ਤਰਕ ਹੈ, ਵਿਅਕਤੀ ਲਵੇ ਸੋਚ ਹੈ, ਵਿਅਕਤੀ ਆਪਣਾ ਬੁਰਾ ਭਲਾ ਚੰਗੀ ਤਰੀਕੇ ਨਾਲ ਪਹਿਚਾਨ ਸਕਦਾ ਹੈ। ਠੀਕ ਹੈ। ਵਿਅਕਤੀ ਦੀ ਮਹਾਨਤਾ ਦੇ ਵਿੱਚ ਇਹ ਕੀ ਕਰਦਾ? ਵਿਅਕਤੀ ਬਾਕੀ ਜਿਹੜੀਆਂ ਹੋਰ ਕੌਮਾਂ ਨੇ ਜਾਂ ਜਾਤੀਆਂ ਨੇ, ਜਾਂ ਆਪਾਂ ਕਹਿ ਦਈਏ ਉਹਨਾਂ ਨਾਲੋਂ ਕੀ ਹੈ? ਮਹਾਨ ਹੈ। ਵਿਅਕਤੀ ਹੋਰ ਸੰਸਥਾਵਾਂ ਨਾਲੋਂ ਕੀ ਹੈ? ਮਹਾਨ ਹੈ। ਤਾਂ ਉਹਦੇ ਵਿੱਚ ਇਹ ਵਿਸ਼ਵਾਸ ਰੱਖਦਾ ਹੈ।
ਨਿਯਮਤ ਅਰਥ ਵਿਵਸਥਾ ਇੱਥੇ ਥੋੜੀ ਚੇਂਜ ਹੈ। ਜਿਹੜੀ ਪਰੰਪਰਾਵਾਦੀ ਉਦਾਰਵਾਦ ਹੈ ਉਹ ਕਿਹੜੀ ਵਿਚਾਰਧਾਰਾ ਤੇ ਚੱਲਦਾ ਹੈ? ਰਾਜ ਦੀ ਗੈਰ ਦਖਲੀ ਦੀ ਨੀਤੀ। ਰਾਜ ਦੀ ਗੈਰ ਦਖਲੀ ਦੀ ਨੀਤੀ ਦਾ ਭਾਵ ਹੈ ਵੀ ਰਾਜ ਮਨੁੱਖ ਦੇ ਕਿਸੇ ਵੀ ਖੇਤਰ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂਗਾ, ਚਾਹੇ ਉਹ ਆਰਥਿਕ ਖੇਤਰ ਹੈ ਚਾਹੇ ਉਹ ਰਾਜਨੀਤਿਕ ਖੇਤਰ ਹੈ। ਵੈਸੇ ਮੁੱਖ ਤੌਰ ਤੇ ਜਿਹੜੀ ਰਾਜ ਦੀ ਗੈਰ ਦਖਲੀ ਦੀ ਨੀਤੀ ਹੈ ਇਹ ਆਰਥਿਕ ਖੇਤਰ ਨਾਲ ਸੰਬੰਧਿਤ ਹੈ। ਭਾਵ ਆਰਥਿਕ ਖੇਤਰ ਦੇ ਵਿੱਚ ਮਨੁੱਖ ਪੂਰੀ ਤਰ੍ਹਾਂ ਆਜ਼ਾਦ ਹੈ, ਆਪਣੀ ਕਿਸੇ ਵੀ ਵਸਤੂ ਨੂੰ ਉਹ ਕਿੰਨੇ ਵੀ ਮੁੱਲ ਤੇ ਵੇਚੇ, ਕਿਵੇਂ ਵੀ ਵੇਚੇ, ਠੀਕ ਹੈ, ਉਹ ਖੁੱਲ੍ਹਾ ਹੈ। ਰਾਜ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਲਾਗੂ ਨਹੀਂ ਕਰ ਸਕਦਾ, ਯਾਨੀ ਕਿ ਇਹ ਖੁੱਲ੍ਹੀ ਮੰਡੀ ਦੇ ਪੱਖ ਵਿੱਚ ਹੈ। ਜਿਹੜਾ ਪਰੰਪਰਾਵਾਦੀ ਉਦਾਰਵਾਦ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਰਾਜ ਦੀ ਗੈਰ ਦਖਲੀ ਦੀ ਨੀਤੀ ਦੇ ਪੱਖ ਵਿੱਚ ਹੈ, ਪਰ ਉਹਦੇ ਥੋੜਾ ਜਿਹਾ ਅਗੇਂਸਟ ਇਹ ਨਿਯਮਤ ਅਰਥ ਵਿਵਸਥਾ ਦੇ ਪੱਖ ਵਿੱਚ ਹੈ। ਨਿਯਮਤ ਅਰਥ ਵਿਵਸਥਾ ਦਾ ਮਤਲਬ ਕੀ ਹੁੰਦਾ ਹੈ ਵੀ ਰਾਜ ਨੂੰ ਜਿੱਥੇ ਜ਼ਰੂਰੀ ਹੋਵੇ ਉੱਥੇ ਦਖਲਅੰਦਾਜ਼ੀ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਆਪਾਂ ਦੇਖਦੇ ਹਾਂ ਆਪਣੇ ਦੇਸ਼ ਦੀ ਉਦਾਹਰਨ ਲੈਂਦੇ ਹਾਂ ਆਪਾਂ ਵੀ ਆਹ ਨਵੰਬਰ ਦਸੰਬਰ ਚ ਪਿਆਜ਼ ਦੇ ਰੇਟ ਬਹੁਤ ਵੱਧ ਜਾਂਦੇ ਨੇ, ਤਾਂ ਸਰਕਾਰ ਕੀ ਕਰਦੀ ਹੈ, ਜਿਹੜੀ ਮੁਫਤ ਜਿਵੇਂ ਆਪਾਂ ਕਹਿੰਦੇ ਆ ਕੋਈ ਜ਼ਖੀਰੇਬਾਜ਼ੀ ਕਰਦਾ ਹੈ, ਕੋਈ ਗੋਡਾਊਨ ਦੇ ਵਿੱਚ ਰੱਖਦਾ ਉਹ ਚੀਜ਼ਾਂ ਨੂੰ, ਤਾਂ ਉਹਦੇ ਉੱਤੇ ਪਾਬੰਦੀਆਂ ਲਗਾ ਦਿੰਦੀ ਹੈ। ਬਾਹਰ ਵਪਾਰ ਜਿਹੜਾ ਬਾਹਰਲੇ ਦੇਸ਼ਾਂ ਨਾਲ ਆਪਾਂ ਵਪਾਰ ਕਰਦੇ ਹਾਂ ਪਿਆਜ਼ ਦਾ, ਉਹਦੇ ਤੇ ਪਾਬੰਦੀ ਲਗਾ ਦਿੰਦੀ ਹੈ ਤਾਂ ਜੋ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਹੋਣ, ਆਪਣਾ ਮਾਲ ਜਿਹੜਾ ਬਾਹਰ ਭੇਜਿਆ ਨਾ ਜਾਵੇ। ਭਾਵ ਕਹਿਣ ਦਾ ਮਤਲਬ ਜਿੱਥੇ ਜ਼ਰੂਰੀ ਹੋਵੇ ਜਾਂ ਜਿੰਨੀ ਕੁ ਜ਼ਰੂਰੀ ਹੋਵੇ ਉਨੀ ਕੁ ਜਿਹੜੀ ਅਰਥ ਵਿਵਸਥਾ ਆਪਣੀ ਉਹ ਨਿਯਮਤ ਚਾਹੀਦੀ ਹੈ। ਨਿਯਮਤ ਦਾ ਮਤਲਬ ਰਾਜ ਦੇ ਕਾਨੂੰਨਾਂ ਦੇ ਅਨੁਸਾਰ ਚੱਲਣੀ ਚਾਹੀਦੀ ਹੈ। ਤੇ ਅਗਲਾ ਹੈ ਰਾਜ ਇੱਕ ਸਮਾਜਿਕ ਤੇ ਨੈਤਿਕ ਸੰਸਥਾ। ਪਰੰਪਰਾਵਾਦੀ ਤਾਂ ਰਾਜ ਨੂੰ ਕੀ ਮੰਨਦੇ ਨੇ? ਜ਼ਰੂਰੀ ਬੁਰਾਈ। ਆਪਾਂ ਕੁਐਸਚਨ ਇਹ ਰੱਖਣਾ ਯਾਦ ਵੀ ਪਰੰਪਰਾਵਾਦੀਆਂ ਦੇ ਅਨੁਸਾਰ ਰਾਜ ਕੀ ਹੈ? ਜ਼ਰੂਰੀ ਬੁਰਾਈ ਹੈ, ਵੀ ਬੁਰਾ ਵੀ ਹੈ ਤੇ ਜ਼ਰੂਰੀ ਵੀ ਚਾਹੀਦਾ ਵੀ ਹੈ। ਪਰ ਇਹ ਰਾਜ ਨੂੰ ਜ਼ਰੂਰੀ ਬੁਰਾਈ ਨਹੀਂ ਮੰਨਦੇ, ਇਹ ਰਾਜ ਨੂੰ ਸਮਾਜਿਕ ਤੇ ਨੈਤਿਕ ਸੰਸਥਾ ਮੰਨਦੇ ਨੇ। ਰਾਜ ਇੱਕ ਸਮਾਜਿਕ ਚੀਜ਼ ਹੈ ਜਿਹਦੇ ਨਾਲ ਆਪਣਾ ਸਮਾਜਿਕ ਤਾਣੇ ਬਾਣੇ ਦੇ ਵਿੱਚ ਵੀ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਰਾਜ ਇੱਕ ਨੈਤਿਕ ਸੰਸਥਾ ਵੀ ਹੈ। ਨੈਤਿਕ ਸੰਸਥਾ ਦਾ ਭਾਵ ਕੀ ਹੁੰਦਾ ਹੈ? ਜਿਹੜੀ ਆਪਣੇ ਭਲੇ ਦੇ ਲਈ ਹੈ। ਨੈਤਿਕ ਉਹ ਚੀਜ਼ ਨੂੰ ਮੰਨਿਆ ਜਾਂਦਾ ਹੈ ਜਿਹੜੀ ਮਨੁੱਖ ਦਾ ਭਲਾ ਕੋਈ ਚੀਜ਼ ਕਰਦੀ ਹੈ, ਜਿਹੜੀ ਮਨੁੱਖ ਦੇ ਫਾਇਦੇ ਵਿੱਚ ਹੈ, ਮਨੁੱਖ ਦੇ ਭਲੇ ਵਿੱਚ ਹੈ। ਤਾਂ ਇਹਨਾਂ ਦੇ ਅਨੁਸਾਰ ਰਾਜ ਕੀ ਹੈ? ਨੈਤਿਕ ਸੰਸਥਾ ਹੈ ਜਿਹੜੀ ਮਨੁੱਖ ਦਾ ਭਲਾ ਚਾਹੁੰਦੀ ਹੈ, ਉਹ ਬੁਰਾ ਨਹੀਂ ਹੈ, ਲੋਕਾਂ ਦੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਹੈ, ਲੋਕਾਂ ਦੇ ਵਿਕਾਸ ਦੇ ਲਈ ਕੀ ਹੈ? ਜ਼ਰੂਰੀ ਹੈ। ਇਸ ਕਰਕੇ ਰਾਜ ਇੱਕ ਕੀ ਹੈ? ਸਮਾਜਿਕ ਤੇ ਨੈਤਿਕ ਸੰਸਥਾ। ਅਗਲਾ ਪੁਆਇੰਟ ਹੈ ਪ੍ਰਤੀਨਿਧੀ ਸੰਸਥਾਵਾਂ ਵਿੱਚ ਵਿਸ਼ਵਾਸ। ਪ੍ਰਤੀਨਿਧੀ ਸੰਸਥਾਵਾਂ ਜਿਵੇਂ ਲੋਕ ਸਭਾ, ਜਿਵੇਂ ਹੁਣ ਪੁਰਾਣੇ ਸਮੇਂ ਆਪਾਂ ਦੇਖਦੇ ਹਾਂ ਰਾਜਿਆਂ ਵੇਲੇ ਰਾਜੇ ਆਪਣੀ ਮਰਜ਼ੀ ਨਾਲ ਕੰਮ ਕਰਦੇ ਸੀਗੇ, ਸਾਰਾ ਕੁਝ ਉਹਨਾਂ ਦੇ ਹੁਕਮੇ ਕਾਨੂੰਨ ਹੁੰਦੇ ਸੀ। ਅੱਜ ਹੁਕਮ ਹੋਰ ਹੈ, ਕੱਲ ਨੂੰ ਕੋਈ ਹੁਕਮ ਹੋਰ ਹੈ, ਇੱਕ ਨੂੰ ਉਹੀ ਜੁਰਮ ਦੇ ਵਿੱਚ ਸਜ਼ਾ ਦੇਤੀ, ਇੱਕ ਨੂੰ ਉਹੀ ਜੁਰਮ ਦੇ ਵਿੱਚ ਮਾਫ ਕਰਤਾ। ਰਾਜਿਆਂ ਦੀ ਮਰਜ਼ੀ ਤੇ ਨਿਰਭਰ ਸੀ ਸਾਰਾ ਕੁਝ। ਪਰ ਇਹ ਕਿਹੜੀਆਂ ਸੰਸਥਾਵਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ? ਪ੍ਰਤੀਨਿਧੀ ਸੰਸਥਾਵਾਂ। ਭਾਵ ਉਹ ਸੰਸਥਾਵਾਂ ਜਿਹੜੀਆਂ ਕਾਨੂੰਨ ਬਣਾਉਂਦੀਆਂ ਨੇ ਉਹਦੇ ਵਿੱਚ ਜਿਹੜੇ ਲੋਕ ਜਾਣ ਉਹ ਲੋਕਾਂ ਦੁਆਰਾ ਚੁਣੇ ਹੋਏ ਜਾਣ, ਲੋਕਾਂ ਦੁਆਰਾ ਭੇਜੇ ਹੋਏ ਜਾਣ, ਲੋਕਾਂ ਦੇ ਪ੍ਰਤੀਨਿਧੀ ਜਾਣ, ਨਾ ਕਿ ਰਾਜੇ ਆਪਣੇ ਆਪ ਹੀ ਕਾਨੂੰਨ ਬਣਾਉਣ। ਜਾਣੀ ਕਿ ਜਿਹੜਾ ਉਦਾਰਵਾਦ ਹੈ, ਕਿਉਂਕਿ ਇਹ ਲੋਕ ਮਨੁੱਖ ਦੀ ਸੁਤੰਤਰਤਾ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਮਨੁੱਖ ਦੀ ਸੁਤੰਤਰਤਾ ਉੱਥੇ ਹੀ ਹੋਊਗੀ ਜਿੱਥੇ ਕਾਨੂੰਨ ਬਣਾਉਣ ਵਾਲੀ ਸੰਸਥਾ ਲੋਕਾਂ ਦੁਆਰਾ ਚੁਣੀ ਹੋਈ ਹੋਊਗੀ। ਇਸ ਕਰਕੇ ਜਿਹੜੀਆਂ ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਨੂੰ ਆਪਾਂ ਕਿਹੜੀਆਂ ਸੰਸਥਾਵਾਂ ਕਹਿੰਦੇ ਹਾਂ? ਪ੍ਰਤੀਨਿਧੀ ਸੰਸਥਾਵਾਂ। ਜਿਵੇਂ ਆਪਣੇ ਦੇਸ਼ ਦੀ ਉਦਾਹਰਨ ਲੈ ਲਓ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਚਾਹੇ ਪਿੰਡ ਦੀ ਪੰਚਾਇਤ ਹੈ, ਇਹ ਸਾਰੀਆਂ ਕੀ ਨੇ? ਪ੍ਰਤੀਨਿਧੀ ਸੰਸਥਾਵਾਂ। ਇਹਦੇ ਵਿੱਚ ਜਿਹੜਾ ਉਦਾਰਵਾਦ ਹੈ ਨਵਾਂ ਇਹ ਕੀ ਰੱਖਦਾ? ਵਿਸ਼ਵਾਸ ਰੱਖਦਾ। ਅਗਲਾ ਹੈ ਵਿਸ਼ਵ ਵਿਆਪੀ ਮਤ ਅਧਿਕਾਰ। ਵਿਸ਼ਵ ਵਿਆਪੀ ਮਤ ਅਧਿਕਾਰ ਦਾ ਮਤਲਬ ਕੀ ਹੈ? ਵੀ ਸਾਰੇ ਲੋਕਾਂ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਹੈ, ਸਾਰੇ ਮਨੁੱਖ ਨੂੰ ਵੋਟਾਂ ਦਾ ਹੱਕ ਹੋਣਾ ਚਾਹੀਦਾ, ਚਾਹੇ ਅਮੀਰ ਹੈ ਚਾਹੇ ਗਰੀਬ ਹੈ। ਉਮਰ ਦੀ ਹੱਦ ਹੋਵੇ ਇੱਕ, ਉਮਰ ਦੀ ਹੱਦ ਤਾਂ ਸਾਰਿਆਂ ਨੂੰ ਉਮਰ ਇੱਕ ਪ੍ਰਾਪਤ ਹੋਣੀ ਹੈ। ਇੱਕ ਨਿਸ਼ਚਿਤ ਉਮਰ ਦੇ ਉੱਤੇ ਜਾ ਕੇ ਵੋਟ ਦਾ ਹੱਕ ਹਰੇਕ ਨੂੰ ਮਿਲਣਾ ਚਾਹੀਦਾ ਹੈ, ਚਾਹੇ ਉਹ ਗਰੀਬ ਹੈ, ਅਮੀਰ ਹੈ, ਜਿਹੜੇ ਮਰਜ਼ੀ ਧਰਮ ਦਾ, ਜਿਹੜੀ ਮਰਜ਼ੀ ਜਾਤ ਦਾ, ਬਿਨਾਂ ਕਿਸੇ ਭੇਦਭਾਵ ਤੋਂ ਹਰੇਕ ਨੂੰ ਜਦੋਂ ਵੋਟ ਦਾ ਹੱਕ ਪ੍ਰਾਪਤ ਹੋਵੇ ਉਹਨੂੰ ਕੀ ਕਿਹਾ ਜਾਂਦਾ ਹੈ? ਵਿਸ਼ਵ ਵਿਆਪੀ ਮਤ ਅਧਿਕਾਰ। ਇਹਦੇ ਵੀ ਇਹ ਪੱਖ 'ਚ ਹੈ। ਅਗਲੀ ਇਹਦੀ ਵਿਸ਼ੇਸ਼ਤਾ ਕੀ ਹੈ? ਹਿੰਸਾ ਦੀ ਨਿਖੇਧੀ। ਇਹ ਕਿਸੇ ਵੀ ਚੀਜ਼ ਦੀ ਪ੍ਰਾਪਤੀ ਦੇ ਲਈ ਹਿੰਸਾ ਦੀ ਨਿਖੇਧੀ ਕਰਦਾ। ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਆਪਾਂ ਚੇਂਜ ਲਿਆਉਣੀ ਆ, ਗਵਰਨਮੈਂਟ ਬਦਲਣੀ ਆ, ਜਿਵੇਂ ਕ੍ਰਾਂਤੀਕਾਰੀ ਸਾਧਨਾਂ ਦੇ ਵਿੱਚ ਕੀ ਮੰਨਿਆ ਜਾਂਦਾ ਹੈ? ਜਿਹੜੇ ਕ੍ਰਾਂਤੀਕਾਰੀ, ਜਿਵੇਂ ਆਪਾਂ ਕਹਿੰਦੇ ਆ ਵੀ ਰੂਸ ਦੇ ਵਿੱਚ ਕ੍ਰਾਂਤੀ ਆਈ 1949 ਦੀ, ਤਾਂ 1917 ਸੌਰੀ, ਤਾਂ ਉਹਨਾਂ ਨੇ ਸਰਕਾਰ ਨੂੰ ਚੇਂਜ ਕਿਵੇਂ ਲਿਆਂਦੀ? ਕਤਲੇਆਮ ਨਾਲ, ਹਿੰਸਾ ਦੇ ਨਾਲ ਉੱਥੇ ਚੇਂਜ ਆਈ। ਇਸੇ ਤਰ੍ਹਾਂ 1949 ਦੇ ਵਿੱਚ ਚੀਨ ਦੇ ਵਿੱਚ ਕ੍ਰਾਂਤੀ ਆਈ, ਉਹ ਵੀ ਹਿੰਸਾ ਦੇ ਨਾਲ ਆਈ। ਪਰ ਉਦਾਰਵਾਦ ਜਿਹੜੀ ਕ੍ਰਾਂਤੀ, ਇਨਕਲਾਬ ਜਾਂ ਚੇਂਜ ਲਿਆਉਣੀ ਚਾਹੁੰਦਾ ਹੈ ਉਹ ਹਿੰਸਾ ਦਾ ਵਿਰੋਧ ਕਰਦਾ। ਵੀ ਜਿਹੜੀ ਤੁਸੀਂ ਚੇਂਜ ਲਿਆਉਣੀ ਚਾਹੁੰਦੇ ਹੋ, ਚਾਹੇ ਉਹ ਸਰਕਾਰ ਦੇ ਵਿੱਚ, ਚਾਹੇ ਉਹ ਪ੍ਰਤੀਨਿਧੀ ਸੰਸਥਾਵਾਂ ਦੇ ਵਿੱਚ, ਉਹ ਗੱਲਬਾਤ ਰਾਹੀਂ ਆਉਣੀ ਚਾਹੀਦੀ ਹੈ, ਨਾ ਕਿ ਹਿੰਸਕ ਸਾਧਨਾਂ ਦੁਆਰਾ। ਜਾਣੀ ਕਿ
ਇਨਕਲਾਬ ਦੇ ਪੱਖ ਵਿੱਚ ਨਹੀਂ ਹੈ, ਇਹ ਸੁਧਾਰ ਦੇ ਪੱਖ ਵਿੱਚ ਹੈ। ਸੁਧਾਰ ਦੇ ਵੀ ਜਾਣੀ ਕਿ ਜਿਹੜੀਆਂ ਸੰਸਥਾਵਾਂ ਨੇ ਇਹੀ ਰਹਿਣਗੀਆਂ, ਪਰ ਇਹਨਾਂ ਵਿੱਚ ਸੁਧਾਰ ਕੀਤਾ ਜਾਵੇ, ਇਹਨਾਂ ਨੂੰ ਪੂਰੀ ਤਰ੍ਹਾਂ ਚੇਂਜ ਨਾ ਕੀਤਾ ਜਾਵੇ। ਅਗਲਾ ਹੈ ਧਰਮ ਨਿਰਪੱਖ। ਜਿਹੜਾ ਸਮਕਾਲੀ ਉਦਾਰਵਾਦ ਹੈ, ਇਹ ਕਿਹੜੀ ਵਿਚਾਰਧਾਰਾ ਦੇ ਪੱਖ ਵਿੱਚ ਹੈ, ਕਿਹੜੇ ਰਾਜ ਦੇ ਪੱਖ ਵਿੱਚ ਹੈ? ਧਰਮ ਨਿਰਪੱਖ ਰਾਜ ਦੇ ਪੱਖ ਵਿੱਚ। ਧਰਮ ਨਿਰਪੱਖ ਰਾਜ ਕਿਹੜਾ ਹੁੰਦਾ? ਜਿਹੜਾ ਕਿਸੇ ਵੀ ਧਰਮ ਨੂੰ ਰਾਜ ਧਰਮ ਦਾ ਦਰਜਾ ਨਹੀਂ ਦਿੰਦਾ। ਰਾਜ ਧਰਮ ਦਾ ਮਤਲਬ ਕੀ ਹੈ ਵੀ ਇਹ ਸਾਡੇ ਦੇਸ਼ ਦਾ ਧਰਮ ਹੈ ਜੀ, ਸੰਵਿਧਾਨ 'ਚ ਲਿਖਿਆ ਜਾਂਦਾ ਵੀ ਇਹਨੂੰ ਤੁਸੀਂ ਮੰਨਣਾ ਹੈ, ਇਹ ਗਲਤ। ਇਹ ਧਰਮ ਨਿਰਪੱਖ ਰਾਜ ਦੇ ਪੱਖ ਵਿੱਚ ਆ। ਧਰਮ ਨਿਰਪੱਖ ਰਾਜ ਕਿਹੜਾ ਹੁੰਦਾ ਹੈ? ਜਿਹੜਾ ਕਹਿੰਦਾ ਵੀ ਕੋਈ ਵੀ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ, ਹਰੇਕ ਨੂੰ ਆਪਣੇ ਧਰਮ ਦੇ ਮੰਨਣ ਦੀ ਖੁੱਲ੍ਹ ਹੈ, ਚਾਹੇ ਕੋਈ ਮੰਨੇ ਕਿਸੇ ਧਰਮ ਨੂੰ, ਚਾਹੇ ਕੋਈ ਨਾ ਮੰਨੇ। ਰਾਜ ਵੱਲੋਂ ਕਿਸੇ ਵੀ ਵਿਸ਼ੇਸ਼ ਧਰਮ ਨੂੰ ਸਰਪ੍ਰਸਤੀ ਪ੍ਰਾਪਤ ਨਹੀਂ ਹੁੰਦੀ, ਸਾਰੇ ਧਰਮ ਸਾਂਝੇ ਨੇ। ਉਹਨੂੰ ਆਪਾਂ ਕਿਹੜਾ ਮੰਨਦੇ ਆ? ਧਰਮ ਨਿਰਪੱਖ ਰਾਜ। ਉਦਾਰਵਾਦ ਵੀ ਹੈ ਜਿਹੜਾ ਸਮਕਾਲੀ ਉਦਾਰਵਾਦ, ਉਹ ਧਰਮ ਨਿਰਪੱਖ ਰਾਜ ਦੇ ਪੱਖ ਵਿੱਚ ਹੈ। ਬਹੁਵਾਦੀ ਸਮਾਜ। ਬਹੁਵਾਦੀ ਸਮਾਜ ਦਾ ਮਤਲਬ ਇਹ ਹੈ ਵੀ ਇੱਕ ਸਮਾਜ ਇੱਕੋ ਜਾਤ ਦਾ ਨਹੀਂ ਹੋਣਾ ਚਾਹੀਦਾ, ਇੱਕੋ ਧਰਮ ਦੇ ਲੋਕਾਂ ਦਾ ਨਹੀਂ ਹੋਣਾ ਚਾਹੀਦਾ। ਠੀਕ ਹੈ, ਜਿਵੇਂ ਆਪਾਂ ਪੁਰਾਣੀਆਂ ਵਿਚਾਰ ਲੋਕ ਦੇਖਦੇ ਆ, ਜਿਵੇਂ ਹਿਟਲਰ ਨੇ ਜਰਮਨ ਨੂੰ ਇੱਕੋ ਤਰ੍ਹਾਂ ਦਾ ਰਾਜ ਬਣਾਉਣ ਦੀ ਕੋਸ਼ਿਸ਼ ਕੀਤੀ, ਭਾਵ ਵੀ ਇਕੱਲੇ ਜਿਹੜੇ ਆਰੀਅਨ ਜਾਤੀ ਦੇ ਲੋਕ ਨੇ ਉਹੀ ਉੱਥੇ ਰਹਿਣ, ਬਾਕੀ ਉਹਨਾਂ ਨੇ ਦੂਜਿਆਂ ਤੇ ਉਹਨੇ ਜੁਰਮ ਕੀਤੇ, ਯਹੂਦੀਆਂ ਤੇ ਆਪਾਂ ਦੇਖਦੇ ਆ। ਉਹ ਇਹਦੇ ਉਲਟ ਚੱਲਦਾ ਹੈ, ਉਹ ਬਹੁਵਾਦੀ ਸਮਾਜ ਦੇ ਵਿਰੁੱਧ ਹੈ। ਜਦ ਕਿ ਉਦਾਰਵਾਦ ਬਹੁਵਾਦੀ ਸਮਾਜ ਦੇ ਪੱਖ ਵਿੱਚ। ਉਹ ਕਹਿੰਦਾ ਵੀ ਇੱਕ ਸਮਾਜ ਵਿੱਚ ਕਿੰਨੇ ਵੀ ਤਰ੍ਹਾਂ ਦੇ ਜਾਤੀਆਂ ਦੇ ਲੋਕ ਹੋ ਸਕਦੇ ਨੇ, ਕਿੰਨੇ ਵੀ ਧਰਮਾਂ ਦੇ ਲੋਕ ਹੋ ਸਕਦੇ ਨੇ, ਕਿੰਨੇ ਵੀ ਨਸਲਾਂ ਦੇ ਲੋਕ ਹੋ ਸਕਦੇ ਨੇ, ਸਭ ਨੂੰ ਉਹ ਸਮਾਜ ਵਿੱਚ ਰਹਿਣ ਦਾ ਹੱਕ ਹੁੰਦਾ ਹੈ। ਜਾਣੀ ਕਿ ਇਹ ਇੱਕੋ ਤਰ੍ਹਾਂ ਦੇ ਉਹਨਾਂ ਨੂੰ ਨਹੀਂ ਮੰਨਦਾ, ਇੱਕੋ ਜਾਤ ਦੇ ਆਧਾਰ ਤੇ ਰਾਜ ਨੂੰ ਨਹੀਂ ਮੰਨਦਾ, ਇੱਕੋ ਧਰਮ ਦੇ ਆਧਾਰ ਤੇ ਦੇਸ਼ ਨੂੰ ਨਹੀਂ ਮੰਨਦਾ, ਇੱਕੋ ਨਸਲ ਦੇ ਆਧਾਰ ਤੇ ਦੇਸ਼ ਨੂੰ ਨਹੀਂ ਮੰਨਦਾ, ਜਿਵੇਂ ਹਿਟਲਰ ਕਹਿੰਦਾ ਹੈ। ਇਹ ਉਹਦੇ ਉਲਟਾ ਹੈ। ਇਹ ਕਹਿੰਦਾ ਵੀ ਇੱਕ ਸਮਾਜ ਭਿੰਨ ਰੰਗਾਂ ਨਾਲ, ਜਿਵੇਂ ਇੱਕ ਗੁਲਦਸਤੇ ਵਿੱਚ ਭਿੰਨ ਰੰਗ ਹੁੰਦੇ ਨੇ ਨਾ, ਉਸੇ ਤਰ੍ਹਾਂ ਇੱਕ ਸਮਾਜ ਵੱਖ-ਵੱਖ ਕੌਮਾਂ ਦਾ, ਜਾਤਾਂ ਦਾ ਜਾਂ ਨਸਲਾਂ ਦਾ ਬਣਿਆ ਹੋਣਾ ਚਾਹੀਦਾ। ਉਦਾਰਵਾਦ ਦੀ ਆਲੋਚਨਾ। ਬੱਚਿਓ ਧਿਆਨ ਦੇਣ ਵਾਲੀ ਗੱਲ ਹੈ ਵੀ ਜਦੋਂ ਆਲੋਚਨਾ ਲਿਖਣੀ ਹੈ ਤਾਂ ਪਰੰਪਰਾਵਾਦੀ ਉਦਾਰਵਾਦ ਦੀ ਲਿਖਣੀ ਹੈ, ਜੇ ਵਿਸ਼ੇਸ਼ਤਾਵਾਂ ਲਿਖਣੀਆਂ ਨੇ ਤਾਂ ਉਹ ਨਵੇਂ ਉਦਾਰਵਾਦੀਆਂ ਲਿਖਣੀਆਂ ਨੇ, ਸਮਕਾਲੀ ਉਦਾਰਵਾਦ ਦੀਆਂ। ਤੇ ਸਭ ਤੋਂ ਵੱਡੀ ਇਹਦੇ ਵਿੱਚ ਘਾਟ ਕੀ ਹੈ ਪਰੰਪਰਾਵਾਦੀ ਉਦਾਰਵਾਦ ਦੇ ਵਿੱਚ? ਉਹ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦਾ ਹੈ, ਉਹ ਰਾਜ ਨੂੰ ਬੁਰਾ ਵੀ ਮੰਨਦਾ ਤੇ ਨਾਲ ਜ਼ਰੂਰੀ ਵੀ ਮੰਨਦਾ। ਪਰ ਰਾਜ ਬੁਰਾਈ ਨਹੀਂ ਹੈ, ਇਹ ਇੱਕ ਨੈਤਿਕ ਸੰਸਥਾ ਹੈ। ਰਾਜ ਅੱਜ ਕੱਲ੍ਹ ਜਿਹੜਾ ਰਾਜ ਹੈ ਉਹ ਕਲਿਆਣਕਾਰੀ ਰੂਪ ਦਾ ਮਤਲਬ ਜਿਹੜਾ ਲੋਕਾਂ ਲਈ ਵੱਧ ਤੋਂ ਵੱਧ ਕੰਮ ਕਰਦਾ ਹੈ। ਜੇ ਅੱਜ ਰਾਜ ਨਾ ਹੋਵੇ, ਦੇਸ਼ ਨਾ ਹੋਵੇ, ਤਾਂ ਆਪਣੇ ਲਈ, ਆਪਣੇ ਜੀਵਨ ਦੇ ਵਿਕਾਸ ਲਈ ਤਾਂ ਕਿੰਨੀਆਂ ਸਾਰੀਆਂ ਸਕੀਮਾਂ ਕਿੱਥੋਂ? ਆਪਣੇ ਅਧਿਕਾਰਾਂ ਦੀ ਰੱਖਿਆ ਕੌਣ ਕਰੇ? ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਰਾਜ ਚਲਾਉਂਦਾ ਹੈ, ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਰਾਜ ਆਪਾਂ ਨੂੰ ਦਿੰਦਾ ਹੈ। ਉਹ ਸਹੂਲਤਾਂ ਆਪਾਂ ਇਕੱਲੇ ਤੌਰ ਤੇ ਆਪਣੇ ਤੌਰ ਤੇ ਪ੍ਰਾਪਤ ਨਹੀਂ ਕਰ ਸਕਦੇ, ਇਹ ਰਾਜ ਦੀ ਹੀ ਦੇਣ ਹੈ ਜਿਹਦੇ ਕਰਕੇ ਆਪਾਂ ਆਪਣੇ ਜੀਵਨ ਦਾ ਵਿਕਾਸ ਕਰ ਰਹੇ ਹਾਂ। ਤਾਂ ਰਾਜ ਹੈ ਜਿਹੜਾ ਇੱਕ ਜ਼ਰੂਰੀ ਬੁਰਾਈ ਨਹੀਂ ਹੈ, ਰਾਜ ਇੱਕ ਨੈਤਿਕ ਸੰਸਥਾ ਹੈ, ਰਾਜ ਤੋਂ ਬਗੈਰ ਜੀਵਨ ਸੰਭਵ ਨਹੀਂ ਹੈ। ਦੂਜਾ, ਵਿਅਕਤੀ ਆਪਣੀ ਭਲਾਈ ਆਪ ਨਿਰਣਾਇਕ ਨਹੀਂ, ਉਹ ਮੰਨਦਾ ਵਿਅਕਤੀ ਨੂੰ ਸਭ ਕੁਝ, ਵਿਅਕਤੀ ਦੀ ਤਰਕਸ਼ੀਲਤਾ 'ਚ ਵਿਸ਼ਵਾਸ ਰੱਖਦਾ ਹੈ। ਜੇ ਵਿਅਕਤੀ ਐਡੇ ਹੀ ਤਰਕਸ਼ੀਲ ਹੋਵੇ ਤਾਂ ਜਿਹੜੇ ਹੁਣ ਆਪਾਂ ਦੇਖਦੇ ਆ ਵੀ ਗੈਂਗ ਬਣੇ ਹੋਏ ਨੇ, ਰੋਜ਼ ਗੈਂਗਵਾਰ ਹੁੰਦੀ ਹੈ, ਕੋਈ ਭਰਾ ਨੂੰ ਮਾਰਦਾ ਹੈ ਜਾਂ ਹੋਰ ਬਹੁਤ ਸਾਰਾ ਕਤਲੇਆਮ ਹੁੰਦਾ, ਫਿਰ ਉਹ ਹੋਵੇ? ਹਰੇਕ ਵਿਅਕਤੀ ਤਰਕਸ਼ੀਲ ਨਹੀਂ ਹੁੰਦਾ। ਕੁਝ ਵਿਅਕਤੀ ਹੁੰਦੇ ਨੇ ਤਰਕਸ਼ੀਲ ਜਾਂ ਕੁਝ ਵਿਅਕਤੀ ਸਿਆਣੇ ਹੁੰਦੇ ਨੇ, ਪਰ ਹਰੇਕ ਵਿਅਕਤੀ ਦੇ ਵਿੱਚ, ਜਿਵੇਂ ਆਪਾਂ ਰੂਸੋ ਕਹਿੰਦਾ ਵੀ ਦੋਨੋਂ ਤਰ੍ਹਾਂ ਦੀਆਂ ਇੱਛਾਵਾਂ ਹੁੰਦੀਆਂ ਨੇ, ਮਾੜੀਆਂ ਵੀ ਚੰਗੀਆਂ ਵੀ। ਕਈ ਵਾਰੀ ਜਿਹੜੀ ਮਾੜੀ ਇੱਛਾ ਹੈ ਜਾਂ ਉਹ ਉਹਦੇ ਉੱਤੇ ਭਾਰੂ ਹੋ ਜਾਂਦੀ ਹੈ। ਉਸੇ ਤਰ੍ਹਾਂ ਵਿਅਕਤੀ ਦੇ ਜਿਹੜੀ ਤਰਕਸ਼ੀਲਤਾ ਉਹਨੂੰ ਜਿਵੇਂ ਆਪਾਂ ਕਹਿ ਦਈਏ, ਜਿਹੜਾ ਵਿਅਕਤੀ ਹੈ ਉਹ ਹਰੇਕ ਵਿਅਕਤੀ ਆਪਣਾ ਭਲਾ ਨਹੀਂ ਸੋਚ ਸਕਦਾ। ਕਿੰਨੇ ਤਰ੍ਹਾਂ ਦੇ ਲੋਕ ਨੇ, ਨਸ਼ੇ ਕਰਦੇ ਨੇ, ਰੋਜ਼ ਆਪਾਂ ਦੇਖਦੇ ਆ ਵੀ ਕਿੰਨੀਆਂ ਡੈਥਸ ਜਿਹੜੀਆਂ ਉਹ ਨਸ਼ੇ ਕਾਰਨ ਹੁੰਦੀਆਂ ਨੇ। ਜੇ ਉਹ ਆਪਣੇ ਆਪ ਦਾ ਭਲਾ ਸੋਚਦੇ ਹੁੰਦੇ ਤਾਂ ਨਸ਼ਾ ਕਰਦੇ ਹੋ। ਤਾਂ ਇਸ ਕਰਕੇ ਰਾਜ ਦੀ ਜ਼ਰੂਰਤ ਹੈ। ਵਿਅਕਤੀ ਨੂੰ ਹਰੇਕ ਚੀਜ਼ ਦਾ, ਹਰੇਕ ਵਿਅਕਤੀ ਆਪਣਾ ਭਲਾ ਨਹੀਂ ਸੋਚ ਸਕਦਾ, ਇਸ ਕਰਕੇ ਰਾਜ ਦੇ ਕਾਨੂੰਨਾਂ ਦੀ ਲੋੜ ਹੈ। ਅਗਲਾ, ਸੁਤੰਤਰਤਾ ਸੰਬੰਧੀ ਗਲਤ ਵਿਚਾਰ। ਜਿਹੜਾ ਪਰੰਪਰਾਵਾਦੀ ਉਦਾਰਵਾਦੀ ਨੇ, ਉਹ ਸੁਤੰਤਰਤਾ ਸੰਬੰਧੀ ਉਹਨਾਂ ਦੇ ਜਿਹੜੇ ਵਿਚਾਰ ਨੇ ਬਹੁਤ ਜ਼ਿਆਦਾ ਗਲਤ ਨੇ। ਉਹ ਵਿਅਕਤੀ ਨੂੰ ਪੂਰਨ ਸੁਤੰਤਰਤਾ ਦੇ ਪੱਖ ਵਿੱਚ ਨੇ, ਭਾਵ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਦੀ ਅਣਹੋਂਦ ਇਹ ਜਾਇਜ਼ ਹੈ ਕਿਤੇ? ਇਹ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਹੈ। ਉਚਿਤ ਪਾਬੰਦੀਆਂ ਦੀ ਹੋਂਦ, ਉਚਿਤ ਪਾਬੰਦੀਆਂ ਦੀ ਅਣਹੋਂਦ। ਜਿਹੜੀਆਂ ਪਾਬੰਦੀਆਂ ਉਚਿਤ ਨੇ, ਆਪਣੇ ਜੀਵਨ ਦੇ ਲਈ ਜ਼ਰੂਰੀ ਨੇ, ਉਹ ਹੋਣੀਆਂ ਚਾਹੀਦੀਆਂ ਨੇ। ਜਿਹੜੀਆਂ ਪਾਬੰਦੀਆਂ ਆਪਣੇ ਲਈ ਗਲਤ ਨੇ, ਬਿਨਾਂ ਮਤਲਬ ਤੋਂ ਆਪਣੇ ਉੱਪਰ ਪਾਬੰਦੀਆਂ ਨੇ, ਉਹ ਨਹੀਂ ਹੋਣੀਆਂ ਚਾਹੀਦੀਆਂ। ਪਰ ਜਿਹੜੇ ਪਰੰਪਰਾਵਾਦੀ ਉਦਾਰਵਾਦੀ ਨੇ, ਉਹ ਹਰੇਕ ਤਰ੍ਹਾਂ ਦੀ ਪਾਬੰਦੀ ਦੀ ਅਣਹੋਂਦ ਚਾਹੁੰਦੇ ਨੇ। ਉਹਦੇ ਨਾਲ ਤਾਂ ਫਿਰ ਖਤਰਨਾਕ ਹੈ। ਉਹਦੇ ਨਾਲ ਤਾਂ ਜਿਹੜਾ ਤਕੜਾ ਉਹ ਮਾੜੇ ਨੂੰ ਮਾਰ ਦੂ। ਉਹ ਕਹੂਗਾ ਮੈਨੂੰ ਤਾਂ ਸੁਤੰਤਰਤਾ, ਮੈਂ ਜਿਹੜਾ ਕੁਝ ਮਰਜ਼ੀ ਕਰ ਸਕਦਾ, ਮਾੜੇ ਦਾ ਜੀਵਨ ਖਤਮ ਹੋ ਜੀ ਇਹਦੇ ਨਾਲ।
ਜਿਹੜਾ ਕਮਜ਼ੋਰ ਹੈ ਉਹਦਾ ਜੀਵਨ ਖਤਮ ਹੋ ਜੂ ਇਹਦੇ ਨਾਲ। ਇਸ ਕਰਕੇ ਸੁਤੰਤਰਤਾ ਉਨੀ ਕੁ ਜ਼ਰੂਰੀ ਹੈ ਜਿੰਨੀ ਕੁ ਭਲੇ ਲਈ ਹੈ। ਜਦੋਂ ਮੇਰੀ ਸੁਤੰਤਰਤਾ ਦੂਜੇ ਲਈ ਖਤਰਨਾਕ ਹੈ, ਉਹ ਸੁਤੰਤਰਤਾ ਖਤਮ ਹੋਣੀ ਚਾਹੀਦੀ ਹੈ। ਸੁਤੰਤਰਤਾ ਉਨੀ ਕੁ ਰਾਜ ਦੁਆਰਾ ਦਿੱਤੀ ਜਾਵੇ, ਉਨੀ ਕੁ ਹੋਣੀ ਚਾਹੀਦੀ ਹੈ ਜਿੱਥੇ ਤੱਕ ਮੇਰੀ ਸੁਤੰਤਰਤਾ ਦਾ ਸੰਬੰਧ ਮੇਰੀ ਸੁਤੰਤਰਤਾ ਦਾ ਅਸਰ ਦੂਜਿਆਂ ਤੇ ਨਹੀਂ ਹੁੰਦਾ। ਭਾਵ ਜਿਹੜਾ ਪੁਰਾਣੇ ਉਦਾਰਵਾਦੀ ਲੈਂਦੇ ਨੇ ਤੋਂ ਭਾਵ ਸੁਤੰਤਰਤਾ ਤੋਂ ਵੀ ਸੁਤੰਤਰਤਾ ਅਣਹੋਂਦ ਹੋਣੀ ਚਾਹੀਦੀ ਹੈ, ਪਾਬੰਦੀਆਂ ਹੋਣੀਆਂ ਨਹੀਂ ਚਾਹੀਦੀਆਂ ਕਿਸੇ ਤਰ੍ਹਾਂ ਦੀਆਂ, ਉਹ ਬਹੁਤ ਗਲਤ ਵਿਚਾਰ ਹੈ। ਅਗਲਾ ਕੁਦਰਤੀ ਅਧਿਕਾਰਾਂ ਸੰਬੰਧੀ ਗਲਤ ਧਾਰਨਾ। ਪੁਰਾਣੇ ਉਦਾਰਵਾਦੀ ਅਧਿਕਾਰਾਂ ਨੂੰ ਕੁਦਰਤੀ ਮੰਨਦੇ ਨੇ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜੌਨ ਲੌਕ ਨੇ ਸਿਧਾਂਤ ਦਿੱਤਾ ਹੈ ਸੁਤੰਤਰਤਾ ਦਾ, ਸੰਪਤੀ ਦਾ ਤੇ ਜੀਵਨ ਦਾ। ਇਹ ਕਹਿੰਦਾ ਵੀ ਅਧਿਕਾਰ ਕੁਦਰਤੀ ਨੇ, ਰਾਜ ਨੇ ਨਹੀਂ ਦਿੱਤੇ ਆਪਾਂ ਨੂੰ। ਪਰ ਇਹ ਗਲਤ ਗੱਲ ਹੈ। ਰਾਜ ਤੋਂ ਬਗੈਰ ਹੋਂਦ ਅਧਿਕਾਰਾਂ ਦੀ ਸੰਭਵ ਨਹੀਂ ਹੈ। ਤੁਸੀਂ ਕਿਸੇ ਰਾਜ ਤੋਂ ਬਾਹਰ ਚਲੇ ਜਾਓ, ਆਪਣੇ ਰਾਜ ਤੋਂ ਹੀ ਬਾਹਰ ਚਲੇ ਜਾਓ, ਉੱਥੇ ਤੁਹਾਨੂੰ ਅਧਿਕਾਰ ਪ੍ਰਾਪਤ ਹੋਣਗੇ? ਨਹੀਂ ਹੋਣੇ। ਇਸੇ ਤਰ੍ਹਾਂ ਕੁਦਰਤੀ ਅਵਸਥਾ ਜਿਹੜੀ ਉਹਨਾਂ ਨੇ ਦੱਸੀ ਆਪਣੇ ਸਮਝੌਤਿਆਂ ਦੇ ਵਿੱਚ, ਉੱਥੇ ਵੀ ਅਧਿਕਾਰ ਕਿਵੇਂ ਪ੍ਰਾਪਤ ਹੋਣਗੇ? ਅਧਿਕਾਰ ਉੱਥੇ ਹੀ ਪ੍ਰਾਪਤ ਹੁੰਦੇ ਨੇ ਜਿੱਥੇ ਕਾਨੂੰਨ ਹੋਵੇ, ਉਹਨਾਂ ਦੀ ਰੱਖਿਆ ਦੇ ਲਈ ਕਾਨੂੰਨ ਹੋਵੇ। ਕਾਨੂੰਨ ਕਿਹਦੇ ਹੁੰਦੇ ਨੇ? ਰਾਜ ਦੇ ਹੁੰਦੇ ਨੇ। ਰਾਜ ਤੋਂ ਇਲਾਵਾ ਕਾਨੂੰਨ ਕੌਣ ਬਣਾ ਸਕਦਾ? ਇਸ ਕਰਕੇ ਕੁਦਰਤੀ ਅਧਿਕਾਰ ਨੇ ਜਿਹੜੇ, ਉਹ ਧਾਰਨਾ ਗਲਤ ਹੈ। ਅਧਿਕਾਰ ਰਾਜ ਦੇ ਵਿੱਚ ਹੀ ਮਿਲਦੇ ਨੇ, ਰਾਜ ਦੁਆਰਾ ਹੀ ਦਿੱਤੇ ਜਾਂਦੇ ਨੇ। ਰਾਜ ਤੋਂ ਬਾਹਰ ਅਧਿਕਾਰਾਂ ਦੀ ਆਪਾਂ ਨਹੀਂ ਮੰਨ ਸਕਦੇ ਵੀ ਕੋਈ ਹੋਂਦ ਹੁੰਦੀ ਹੈ। ਅਗਲਾ, ਸਮਾਜ ਕੇਵਲ ਵਿਅਕਤੀ ਦਾ ਸਮੂਹ ਨਹੀਂ ਹੈ। ਇਹ ਸਿਰਫ ਇਹ ਕੀ ਮੰਨਦਾ ਹੈ? ਵਿਅਕਤੀ ਨੂੰ ਟੀਚਾ ਮੰਨਦਾ ਹੈ। ਸਮਾਜ ਨੂੰ ਜਾਂ ਰਾਜ ਨੂੰ ਕੀ ਮੰਨਦਾ ਹੈ? ਸਾਧਨ ਮੰਨਦਾ ਹੈ। ਇਹ ਮੰਨਦਾ ਵੀ ਵਿਅਕਤੀ ਤੋਂ ਬਗੈਰ ਸਮਾਜ ਦੀ ਹੋਂਦ ਨਹੀਂ ਹੈ, ਪਰ ਇਹ ਗਲਤ ਹੈ। ਸਮਾਜ ਕੇਵਲ ਵਿਅਕਤੀਆਂ ਦਾ ਸਮੂਹ ਨਹੀਂ, ਇਹ ਵੀ ਇਹਦੀ ਇੱਕ ਆਲੋਚਨਾ ਦਾ ਕਾਰਨ ਹੈ, ਘਾਟ ਹੈ ਇਹਦੇ ਵਿੱਚ। ਇਹ ਜਿਹੜਾ ਪਰੰਪਰਾਵਾਦੀ ਉਦਾਰਵਾਦ ਹੈ, ਇਹ ਸਮਾਜ ਨੂੰ ਕੇਵਲ ਇੱਕ ਵਿਅਕਤੀ ਦੀ ਸੰਸਥਾ ਮੰਨਦਾ ਹੈ ਵੀ ਜਿਹੜੇ ਸਮਾਜ ਦੇ ਹਿੱਤ ਨੇ ਉਹ ਵਿਅਕਤੀਆਂ ਦੇ ਹਿੱਤਾਂ ਤੋਂ ਉੱਪਰ ਨਹੀਂ ਹਨ, ਜਦ ਕਿ ਇਹ ਗਲਤ ਧਾਰਨਾ ਹੈ ਇਹਦੀ। ਸਮਾਜਿਕ ਜਿਹੜੇ ਹਿੱਤ ਨੇ ਉਹ ਵਿਅਕਤੀ ਦੇ ਹਿੱਤ ਤੋਂ ਬਹੁਤ ਜ਼ਿਆਦਾ ਸ੍ਰੇਸ਼ਟ ਨੇ, ਬਹੁਤ ਜ਼ਿਆਦਾ ਉੱਪਰ ਨੇ। ਤੇ ਅਗਲੀ ਜਿਹੜੀ ਇਹਦੀ ਆਲੋਚਨਾ ਹੈ ਉਹ ਹੈ ਗੈਰ ਦਖਲ ਅੰਦਾਜ਼ੀ ਦੀ ਨੀਤੀ ਉਚਿਤ ਨਹੀਂ। ਇਹ ਜਿਹੜਾ ਗੈਰ ਦਖਲ ਅੰਦਾਜ਼ੀ ਦੀ ਨੀਤੀ ਦੇ ਪੱਖ ਵਿੱਚ ਹੈ, ਇਹ ਖੁੱਲੇ ਮੁਕਾਬਲੇ ਦੇ ਪੱਖ ਵਿੱਚ ਹੈ ਵੀ ਕੋਈ ਜਿਵੇਂ ਮਰਜ਼ੀ ਆਪਣਾ ਬਿਜ਼ਨਸ ਵਧਾਵੇ, ਆਪਣੀ ਚੀਜ਼ ਨੂੰ ਜਿਹੜੇ ਮਰਜ਼ੀ ਰੇਟ ਤੇ ਵੇਚੇ, ਠੀਕ ਹੈ। ਜਾਣੀ ਕਿ ਰਾਜ ਨੂੰ, ਸਰਕਾਰ ਨੂੰ ਉਹਦੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਕਿਸੇ ਵੀ ਤਰ੍ਹਾਂ ਦੇ ਉਹਦੇ ਕੰਮਾਂ 'ਚ ਕਾਨੂੰਨ ਨਹੀਂ ਬਣਾਉਣੇ ਚਾਹੀਦੇ ਉਹਦੇ ਅਗੇਂਸਟ। ਇਹਦੇ ਨਾਲ ਕੀ ਹੁੰਦਾ ਹੈ? ਇਹਦੇ ਨਾਲ ਜਿਹੜਾ ਕਿਰਤੀ ਵਰਗ ਹੈ ਉਹਦੀ ਲੁੱਟ ਖਸੁੱਟ ਦੇ ਵਿੱਚ ਵਾਧਾ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਪੂੰਜੀਪਤੀ ਹੈ ਉਹ ਆਪਣੀ ਮਰਜ਼ੀ ਨਾਲ ਉਹਦੀ ਜਿਹੜੀ ਮਜ਼ਦੂਰੀ ਆ ਉਹ ਦੇਵੇਗਾ, ਕਿਉਂਕਿ ਮਜ਼ਦੂਰ ਦੇ ਕੋਲ ਕੋਈ ਅਧਿਕਾਰ ਹੀ ਨਹੀਂ ਹੈਗਾ ਵੀ ਜਿਹਦੇ ਰਾਹੀਂ ਉਹ, ਕੋਈ ਕਾਨੂੰਨ ਨਹੀਂ ਹੈ ਉਹਦੇ ਪੱਖ 'ਚ ਜਿਹਦੇ ਰਾਹੀਂ ਉਹ ਅਦਾਲਤ 'ਚ ਚਲੇ ਜਾਓ, ਠੀਕ ਹੈ। ਕਿਉਂਕਿ ਮੁਕਾਬਲਾ ਖੁੱਲੇ ਮੁਕਾਬਲੇ ਦੀ ਨੀਤੀ ਦੇ ਪੱਖ ਵਿੱਚ ਹੈ, ਗੈਰ ਦਖਲੀ ਅੰਦਾਜ਼ੀ ਦੀ ਨੀਤੀ ਦੇ ਪੱਖ ਵਿੱਚ ਹੈ। ਗੈਰ ਦਖਲੀ ਅੰਦਾਜ਼ੀ ਦੀ ਨੀਤੀ ਦੀ ਇਹੀ ਕਹਿੰਦੀ ਹੈ ਵੀ ਕੋਈ ਕਾਨੂੰਨ ਇਹੋ ਜਿਹਾ ਹੋਣਾ ਨਹੀਂ ਚਾਹੀਦਾ ਜਿਹਦੇ ਰਾਹੀਂ ਪੂੰਜੀਪਤੀ ਜਿਹੜਾ ਜਾਂ ਅਰਥ ਵਿਵਸਥਾ ਜਿਹੜੀ ਉਹਦੇ ਵਿੱਚ ਦਖਲ ਅੰਦਾਜ਼ੀ ਹੋਵੇ। ਜੇ ਦਖਲ ਅੰਦਾਜ਼ੀ ਰਾਜ ਦੀ ਨਹੀਂ ਹੋਊਗੀ ਤਾਂ ਜਿਹੜਾ ਸਰਮਾਏਦਾਰ ਹੈ ਜਾਂ ਜਿਹੜਾ ਪੂੰਜੀਪਤੀ ਹੈ ਉਹ ਇਹਦਾ ਵੱਧ ਤੋਂ ਵੱਧ ਲਾਭ ਉਠਾਵੇਗਾ ਤੇ ਕਿਰਤੀਆਂ ਦੀ ਲੁੱਟ ਖਸੁੱਟ ਹੈ ਜਿਹੜੀ ਉਹ ਵੱਧ ਤੋਂ ਵੱਧ ਕਰੇਗਾ। ਇਹਦੇ ਨਾਲ ਜਿਹੜਾ ਅਮੀਰੀ ਤੇ ਗਰੀਬੀ ਦੇ ਵਿੱਚ ਪਾੜਾ ਉਹ ਜ਼ਿਆਦਾ ਵਧੇਗਾ। ਤੇ ਪੂੰਜੀਵਾਦ ਦਾ ਸਮਰਥਕ, ਅਗਲੀ ਜਿਹੜੀ ਇਹਦੀ ਲਾਸਟ ਪੁਆਇੰਟ ਹੈ, ਆਲੋਚਨਾ ਹੈ ਪੂੰਜੀਵਾਦ ਦਾ ਸਮਰਥਕ। ਇਹ ਪੂੰਜੀਵਾਦੀ ਅਰਥ ਵਿਵਸਥਾ ਦਾ ਸਮਰਥਕ ਹੈ। ਪੂੰਜੀਵਾਦੀ ਅਰਥ ਵਿਵਸਥਾ ਦਾ ਮਤਲਬ ਹੁੰਦਾ ਨਿੱਜੀਕਰਨ ਨੂੰ ਉਤਸ਼ਾਹ ਦੇਣਾ, ਪ੍ਰਾਈਵੇਟ ਚੀਜ਼ਾਂ ਨੂੰ ਉਤਸ਼ਾਹ ਦੇਣਾ। ਆਪਾਂ ਹੁਣ ਵੀ ਦੇਖਦੇ ਹਾਂ ਵੀ ਜਿਹੜੀਆਂ ਪ੍ਰਾਈਵੇਟ ਚੀਜ਼ਾਂ ਜਦੋਂ ਹੋਣਗੀਆਂ ਤਾਂ ਜਿਹੜੀ ਆਮ ਜਨਤਾ ਹੈ ਉਹਨੂੰ ਉਹਦਾ ਲਾਭ ਨਹੀਂ ਮਿਲਦਾ। ਕੋਈ ਵੀ ਜਿਹੜੀ ਸੰਸਥਾ ਪ੍ਰਾਈਵੇਟ ਹੁੰਦੀ ਹੈ ਉਹਦਾ ਮੁੱਖ ਮੰਤਵ ਜਿਹੜਾ ਹੁੰਦਾ ਹੈ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਹੁੰਦਾ ਹੈ, ਨਾ ਕਿ ਜਨਤਾ ਦਾ ਭਲਾ ਹੁੰਦਾ ਹੈ। ਜਨਤਾ ਦਾ ਭਲਾ ਇਹਦੇ ਆਧਾਰ ਰਾਜ ਦੀਆਂ ਸੰਸਥਾਵਾਂ ਹੀ ਕਰਦੀਆਂ ਨੇ। ਰਾਜ ਦੀਆਂ ਸੰਸਥਾਵਾਂ ਤੋਂ ਬਗੈਰ ਹੋਰ ਸੰਸਥਾਵਾਂ ਜਨਤਾ ਦਾ ਭਲਾ ਨਹੀਂ ਸੋਚ ਸਕਦੀਆਂ। ਇਸ ਕਰਕੇ ਆਪਾਂ ਜਿਹੜੀ ਪੂੰਜੀਵਾਦੀ ਵਿਵਸਥਾ ਦੇ ਪੱਖ ਵਿੱਚ ਹੈ ਇਹ ਪੁਰਾਣਾ ਉਦਾਰਵਾਦ, ਇਹਦੀ ਵੀ ਆਪਾਂ ਇੱਕ ਆਲੋਚਨਾ ਕਰਦੇ ਹਾਂ। ਇਹ ਵੀ ਇੱਕ ਇਹਦੇ ਵਿੱਚ ਵੱਡੀ ਘਾਟ ਹੈ। ਤੇ ਹੁਣ ਬੱਚਿਓ ਆਪਣਾ ਸਾਰਾ ਇਹ ਲਗਭਗ ਖਤਮ ਹੋ ਚੁੱਕਿਆ ਹੈ। ਆਪਾਂ ਸ਼ੁਰੂ ਤੋਂ ਲੈ ਕੇ ਉਦਾਰਵਾਦ ਦੇ ਰੂਪਾਂ ਤੋਂ ਜਾਂ ਕਦੋਂ ਉਹਦਾ ਆਰੰਭ ਹੋਇਆ ਸਾਰੀਆਂ ਗੱਲਾਂ ਕਰ ਚੁੱਕੇ ਹਾਂ, ਉਹਦੀ ਆਲੋਚਨਾ ਤੱਕ। ਤਾਂ ਕੁਝ ਕੁ ਹੁਣ ਆਪਾਂ ਦੁਹਰਾਈ ਵਾਲੀਆਂ ਗੱਲਾਂ ਨੇ ਇਹਦੇ ਵਿੱਚ ਜਾਂ ਕੁਐਸਚਨ ਬਣਦੇ ਨੇ, ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ ਵੀ ਕਿਹੜੇ ਕਿਹੜੇ ਆ ਸਕਦੇ ਨੇ। ਜਿਵੇਂ ਆ ਸਕਦਾ ਵੀ ਇਹਦਾ ਆਰੰਭ ਕਦੋਂ ਹੋਇਆ ਉਦਾਰਵਾਦ ਦਾ, ਉਹ ਆਪਾਂ ਉਹ ਵੀ ਗੱਲ ਕਰ ਲਈ ਵੀ 16ਵੀਂ ਸਦੀ ਤੋਂ ਹੀ ਇਹਦਾ ਆਰੰਭ ਹੋ ਚੁੱਕਿਆ ਸੀਗਾ। ਜਾਂ ਇਹਦੇ ਮੁੱਖ ਸਮਰਥਕ ਪੁਰਾਣੇ ਉਦਾਰਵਾਦ ਦੇ, ਇਹ ਵੀ ਇੱਕ ਕੁਐਸਚਨ ਬਣਦਾ ਹੈ। ਨਵੇਂ ਉਦਾਰਵਾਦ ਦੇ ਮੁੱਖ ਸਮਰਥਕ, ਉਹ ਵੀ ਉਹਦਾ ਇੱਕ ਕੁਐਸਚਨ ਬਣਦਾ ਹੈ। ਇਸ ਤੋਂ ਇਲਾਵਾ ਪਰੰਪਰਾਵਾਦੀਆਂ ਅਨੁਸਾਰ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਰਾਜ ਦੀਆਂ, ਉਹ ਵੀ 5-7 ਆਪਾਂ ਤੁਹਾਡੇ ਨਾਲ ਕਰ ਚੁੱਕੇ ਹਾਂ, ਉਹ ਵੀ ਤੁਸੀਂ ਨੋਟ ਕਰ ਸਕਦੇ ਹੋ। ਉਹ ਵੀ ਕਈ ਤਰ੍ਹਾਂ ਦੇ ਕੁਐਸਚਨਾਂ ਦਾ ਹੱਲ ਤੁਹਾਡਾ ਕਰਨਗੀਆਂ। ਇਸ ਤੋਂ ਇਲਾਵਾ ਜਿਹੜਾ ਸਮਕਾਲੀ ਉਦਾਰਵਾਦ ਹੈ ਉਹਦੇ ਮੁੱਖ ਸਮਰਥਕ, ਉਹਨਾਂ ਦਾ ਵੀ ਤੁਸੀਂ ਨੋਟ ਕਰਨਾ ਵੀ ਕਿਹੜੇ ਕਿਹੜੇ ਸਮਰਥਕ ਨੇ, ਉਹਨਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਉਹਦੀਆਂ ਮੁੱਖ ਵਿਸ਼ੇਸ਼ਤਾਵਾਂ ਕਰ ਚੁੱਕੇ ਹਾਂ ਨਵੇਂ ਉਦਾਰਵਾਦ ਦੀਆਂ।
ਤੇ ਆਲੋਚਨਾ ਕਰ ਚੁੱਕੇ ਹਾਂ। ਆਲੋਚਨਾ ਪਹਿਲਾਂ ਵੀ ਤੁਹਾਡੇ ਨਾਲ ਮੇਰੀ ਗੱਲ ਪਹਿਲਾਂ ਹੋ ਗਈ ਵੀ ਜੇ ਆਲੋਚਨਾ ਹੋਣੀ ਹੈ ਤਾਂ ਪਰੰਪਰਾਵਾਦੀ ਉਦਾਰਵਾਦ ਦੀ ਹੋਣੀ ਹੈ। ਸੋ ਮੈਨੂੰ ਆਸ ਹੈ ਵੀ ਇਹਦੇ ਨਾਲ ਬਹੁਤ ਸਾਰਾ ਕਨਸੈਪਟ ਨੇ ਜਿਹੜੇ ਤੁਹਾਡੇ ਕਲੀਅਰ ਹੋ ਗਏ ਹੋਣਗੇ ਉਦਾਰਵਾਦ ਦੇ ਪ੍ਰਤੀ। ਤਾਂ ਆਪਾਂ ਹੋਰ ਵੀ ਕੋਸ਼ਿਸ਼ ਕਰਾਂਗੇ ਵੀ ਇਸ ਤੋਂ ਜ਼ਿਆਦਾ ਜਿਹੜੇ ਹੋਰ ਟੌਪਿਕ ਲੈ ਕੇ ਆਉਣੇ ਨੇ ਉਹ ਇਸ ਤੋਂ ਵੀ ਕਲੀਅਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।